वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦਾ ਅਖੀਰਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 264, ਲੇਖਕ ਸਤਬੀਰ ਸਿੰਘ। ਭਾਗ 16, ਆਗਰਾ ਤੋਂ ਅਬਚਲ ਨਗਰ ਨਦੇੜ। ਰਾਜਪੂਤਾਂ ਨੂੰ ਅੜ ਖਲੋਣ ਦਾ ਉਪਦੇਸ਼। ਰਾਜਪੂਤਾਨੇ ਵਿਚਰਦੇ ਗੁਰੂ ਜੀ ਨੇ ਅਨੁਮਾਨ ਲਗਾਇਆ ਕਿ ਕੇਵਲ ਰਾਜਪੂਤਾਨੇ ਵਿੱਚ ਹੀ 3 ਲੱਖ ਘੋੜਾ ਤੇ ਘੋੜਸਵਾਰ ਹਨ। ਜੇ ਇਹ ਇਕੱਤਰਿਤ ਹੋ ਜਾਣ ਤਾਂ ਚਲਦੀ ਜ਼ੁਲਮ ਦੀ ਚੱਕੀ ਰੋਕੀ ਜਾ ਸਕਦੀ ਹੈ। ਗੁਰੂ ਜੀ ਨੇ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਹੇਠਾਂ ਇਕੱਤਰਿਤ ਹੋਣ ਦੀ ਪ੍ਰੇਰਨਾ ਦਿੱਤੀ। ਗੁਰੂ ਜੀ ਨੇ ਉਹਨਾਂ ਨੂੰ ਅੜ ਖਲੋਣ ਲਈ ਕਿਹਾ ਅਤੇ ਇਸ ਗੱਲ ਨੂੰ ਵੀ ਬਹੁਤ ਹੀ ਬੁਰਾ ਕਿਹਾ ਕਿ ਉਹ ਮੁਗਲਾਂ ਨੂੰ ਆਪਣੀਆਂ ਲੜਕੀਆਂ ਕਿਉਂ ਦਿੰਦੇ ਹਨ। ਉਹਨਾਂ ਅੱਗੇ ਤੋਂ ਆਪਣੀ ਅਣਖ ਕਿਸੇ ਕੀਮਤ ਤੇ ਨਾ ਵੇਚਣ ਅਤੇ ਛੱਡਣ ਦਾ ਪ੍ਰਣ ਕੀਤਾ ਅਤੇ ਗੁਰੂ ਜੀ ਨੂੰ ਯਕੀਨ ਦਿਵਾਇਆ ਕਿ ਲੋੜ ਵੇਲੇ 30,000 ਘੋੜਾ ਦਿੱਤਾ ਜਾ ਸਕਦਾ ਹੈ। ਇੱਥੋਂ ਗੁਰੂ ਜੀ ਨੇ ਦੱਖਣ ਵੱਲ ਜਾਣ ਦਾ ਮਨ ਵੀ ਪੱਕਾ ਬਣਾ ਲਿਆ। ਇਹ ਯਾਦ ਰਹੇ ਕਿ ਜਦ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਤਾਂ ਇਸ ਇਲਾਕੇ ਵਿੱਚ ਖਾਸ ਤੌਰ ਤੇ ਕੁਝ ਚਿਰ ਟਿਕ ਕੇ ਸ਼ਕਤੀ ਇਕੱਠੀ ਕਰਨ ਦੀ ਵੀ ਹਦਾਇਤ ਕੀਤੀ। ਦਾਦੂ ਦੁਆਰਾ। ਦਾਦੂ ਮਹਾਤਮਾ ਦਾ ਜਨਮ ਮਹਾਨ ਕੋਸ਼ ਦੇ ਲਿਖਾਰੀ ਅਨੁਸਾਰ ਸਨ 1543 ਵਿੱਚ ਇੱਕ ਪੀਂਜੇ ਦੇ ਘਰ ਅਹਿਮਦਾਬਾਦ ਵਿਖੇ ਹੋਇਆ ਸੀ। ਕਬੀਰ ਪੰਥੀ ਤੇ ਕੁਝ ਵਿਵੇਕੀ ਸਾਧੂਆਂ ਦੀ ਸੰਗਤ ਨਾਲ ਪ੍ਰਭੂ ਦੀਦਾਰ ਹੋਇਆ। ਉਹਨਾਂ ਨੇ ਆਪਣਾ ਡੇਰਾ ਜੈਪੁਰ ਰਾਜਸਥਾਨ ਵਿੱਚ ਪਿੰਡ ਨਾਰਾਇਣਾ ਫਲੇਰਾ ਰੇਲਵੇ ਸਟੇਸ਼ਨ ਤੋਂ 3 ਮੀਲ ਦੂਰ ਜਾ ਕੇ ਬਣਾਇਆ। ਇਸ ਨੂੰ ਦਾਦੂ ਦੁਆਰਾ ਕਹਿੰਦੇ ਹਨ। ਦਾਦੂ ਜੀ ਦੀ ਮ੍ਰਿਤੂ ਉੱਥੇ ਹੀ 1606 ਵਿੱਚ ਹੋਈ ਸੀ। ਉਸ ਨੇ ਕਈ ਸ਼ਲੋਕ ਅਤੇ ਧਾਰਮਿਕ ਕਵਿਤਾਵਾਂ ਰਚੀਆਂ ਸਨ। ਸਾਧੂ ਉਸ ਦੇ ਸ਼ਲੋਕ ਬਹੁਤ ਪ੍ਰੇਮ ਨਾਲ ਪੜ੍ਹਦੇ ਹਨ। ਗੁਰੂ ਗੋਬਿੰਦ ਸਿੰਘ ਜੀ ਜੈਪੁਰ ਤੋਂ ਹੀ ਨਾਰਾਇਣੇ ਪਧਾਰੇ। ਜਦ ਕਲਗੀਧਰ ਨੇ ਦਾਦੂ ਦੀ ਕਬਰ ਨੂੰ ਤੀਰ ਮਾਰ ਆਦਰ ਕੀਤਾ ਤਾਂ ਭਾਈ ਦਇਆ ਸਿੰਘ ਜੀ ਨੇ ਅਵੱਗਿਆ ਹੋਈ ਕਹਿ ਕੇ ਤਨਖਾਹ ਲਗਾਈ। ਗੁਰੂ ਜੀ ਪ੍ਰਸੰਨ ਹੋਏ ਅਤੇ ਖਾਲਸਾ ਸਦਾ ਸਦ ਜਾਗਤ ਹੈ ਅਤੇ ਆਪੂ ਤਨਖਾਹ ਲਗਵਾਈ। ਇਨਕਾਰੀ ਨਾ ਹੋਏ। ਉਸ ਸਮੇਂ ਦਾਦੂ ਦੁਆਰੇ ਦਾ ਮਹੰਤ ਜੈਤ ਰਾਮ ਸੀ। ਕਲਗੀਧਰ ਨੇ ਫਰਮਾਇਆ ਕਿ ਉਹ ਦਾਦੂ ਜੀ ਦੇ ਬਚਨ ਸੁਣਾਏ। ਜੈਤ ਰਾਮ ਨੇ ਸ਼ਲੋਕ ਪੜ੍ਹਿਆ। ਦਾਦੂ ਦਾਵਾ ਦੂਰ ਕਰ ਕਲੀਕਾ ਲੀਜੇ ਭਾਏ, ਜੋ ਕੋ ਮਾਰੇ ਈਂਟ ਟੈਮ ਲੀਜੇ ਸੀਸ ਚੜਾਏ। ਮਹਾਰਾਜ ਨੇ ਇਹ ਸ਼ਲੋਕ ਸੁਣ ਕੇ ਕਿਹਾ, ਮਹੰਤ ਜੀ ਹੁਣ ਸਮੇਂ ਹੋਰ ਆ ਗਏ ਹਨ। ਹੁਣ ਤਾਂ ਇਹ ਹੀ ਕਹਿਣਾ ਫਬਦਾ ਹੈ, ਦਾਦੂ ਦਾਵਾ ਰੱਖ ਕੇ ਕਲੀਕਾ ਲੀਜੇ ਭਾਏ, ਜੇ ਕੋ ਮਾਰੇ ਈਂਟ ਢੇਮ ਪਾਥਰ ਹਨੇ ਬਸਾਏ। ਮਹੰਤ ਜੈ ਰਾਮ ਨੇ ਜਦ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ ਤਾਂ ਮਹਾਰਾਜ ਨੇ ਕਿਹਾ, ਜੈਤ ਰਾਮ ਜੀ ਅਸੀਂ ਤਾਂ ਛਕ ਲਵਾਂਗੇ, ਪਰ ਇਹ ਬਾਜ ਵਿਚਾਰਾ ਕੀ ਕਰੇਗਾ। ਜੈਤ ਰਾਮ ਨੇ ਕਿਹਾ, ਅੱਜ ਇਸ ਨੂੰ ਵੀ ਵੈਸ਼ਨੋ ਹੀ ਛਕਾਓ। ਬਾਜ ਨੇ ਲਹਿਰਾ ਛਕਿਆ। ਚਿਤੌੜ। ਉੱਥੋਂ ਗੁਰੂ ਗੋਬਿੰਦ ਸਿੰਘ ਜੀ ਚਿਤੌੜ ਪੁੱਜੇ। ਇੱਥੇ ਕਿਲ੍ਹਾ ਦੇਖਣ ਉਪਰੰਤ ਵਾਪਸ ਹੋ ਰਹੇ ਸਨ ਕਿ ਮੁਗਲ ਟੁਕੜੀ ਨਾਲ ਝੜਪ ਹੋ ਗਈ ਅਤੇ ਅੰਗ ਪਾਲਕ ਜ਼ੋਰਾਵਰ ਸਿੰਘ ਸ਼ਹੀਦ ਹੋ ਗਏ। ਸੈਨਾਪਤੀ ਨੂੰ ਭੁਲੇਖਾ ਲੱਗਾ ਸੀ। ਉਹ ਇਸ ਜ਼ੋਰਾਵਰ ਸਿੰਘ ਨੂੰ ਹੀ ਸਾਹਿਬਜ਼ਾਦਾ ਸਮਝਦਾ ਰਿਹਾ। ਇਸ ਜ਼ੋਰਾਵਰ ਸਿੰਘ ਨੇ ਇੱਕ ਵਾਰੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੂੰ ਕੁਸ਼ਤੀ ਵਿੱਚ ਢਾਹ ਲਿਆ ਸੀ ਤਾਂ ਮਹਾਰਾਜ ਨੇ ਥਾਪੀ ਦਿੰਦੇ ਇਸ ਨੂੰ ਕਿਹਾ ਸੀ ਕਿ ਤੂੰ ਵੀ ਤਾਂ ਮੇਰਾ ਜ਼ੋਰਾਵਰ ਹੀ ਹੈ। ਲੱਜਿਆ ਨਾ, ਸੋ ਇਹ ਸਾਹਿਬਜ਼ਾਦਾ ਕਰਕੇ ਹੀ ਜਾਣਿਆ ਜਾਣ ਲੱਗਾ। ਉਂਝ ਇਹ ਜ਼ੋਰਾਵਰ ਸਿੰਘ ਬਸੀ ਪਠਾਣਾ ਦੇ ਭਾਈ ਨੱਥੂ ਤਰਖਾਣ ਦਾ ਪੁੱਤਰ ਸੀ। ਇਸ ਦੀ ਮਾਂ ਭਿੱਖੀ ਮਾਤਾ ਜੀਤੋ ਜੀ ਦੀ ਸੇਵਾ ਵਿੱਚ ਆਨੰਦਪੁਰ ਰਹਿੰਦੀ ਸੀ। ਉਸ ਨੇ ਇਸ ਨੂੰ ਗੁਰਚਰਨਾਂ ਵਿੱਚ ਭੇਟ ਕੀਤਾ ਅਤੇ ਉੱਥੇ ਆਨੰਦਪੁਰ ਹੀ ਵੱਡਾ ਹੋਇਆ। ਆਨੰਦਪੁਰ ਛੱਡਣ ਵੇਲੇ ਉਹ ਵਹੀਰ ਦੇ ਨਾਲ ਹੀ ਸਰਸਾ ਨਦੀ ਕੰਢੇ ਪਿੰਡ ਮਲਕਪੁਰ ਦੀ ਜੂਹ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਰੋਪੜ ਚਲਾ ਗਿਆ ਸੀ। ਉੱਥੋਂ ਡਢਹੇੜੀ ਮਾਈ ਪੂਪਾਂ ਦੇ ਗ੍ਰਹਿ ਰਿਹਾ। ਰਤਾ ਰਾਜੀ ਹੋ ਕੇ ਉਗਾਣੇ ਆ ਗਿਆ, ਜਿੱਥੇ ਸਾਧੂ ਭਜਨ ਦਾਸ ਨੇ ਇਲਾਜ ਕੀਤਾ। ਦਮਦਮੇ ਦਰਸ਼ਨ ਕਰਕੇ ਵਾਪਸ ਪਿੰਡ ਚਲਾ ਗਿਆ ਅਤੇ ਫਿਰ ਇਸ ਨੇ ਇਮਤਾਦਪੁਰ ਆ ਗੁਰੂ ਜੀ ਦੇ ਦਰਸ਼ਨ ਕੀਤੇ। ਇਹ ਹੀ ਚਿਤੌੜ ਸ਼ਹੀਦ ਹੋਇਆ ਸੀ। ਬੁਹਾਰਨਪੁਰ। ਬਹਾਦਰ ਸ਼ਾਹ ਦਾ ਦੱਖਣ ਜਾਣਾ ਸੁਣ ਕੇ ਗੁਰੂ ਜੀ ਨੇ ਵੀ ਦੱਖਣ ਵੱਲ ਕੂਚ ਕੀਤਾ। ਗੱਲਬਾਤ ਅਜੇ ਨਿਰਣੇਜਨਕ ਢੰਗ ਨਾਲ ਨਹੀਂ ਸੀ ਹੋਈ। ਇਲੀਅਟ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਨਿਰੋਲ ਘੁੰਮਣ ਲਈ ਹੀ ਆਏ ਸਨ। ਉਹ ਦੁਨੀਆ ਨੂੰ ਆਪਣੇ ਸੁਭਾਅ ਅਨੁਸਾਰ ਧਾਰਮਿਕ ਸਿੱਖਿਆ ਵੀ ਦਿੰਦੇ ਜਾਂਦੇ ਸਨ। ਤਾਰੀਖ ਬਹਾਦਰ ਸ਼ਾਹ ਵਿੱਚ ਸਪਸ਼ਟ ਲਿਖਿਆ ਮਿਲਦਾ ਹੈ ਕਿ ਜਿਸ ਵੇਲੇ ਸ਼ਾਹੀ ਫੌਜ ਦੱਖਣ ਵਿੱਚ ਬੁਹਾਰਨਪੁਰ ਵੱਲ ਨੂੰ ਕੂਚ ਕਰ ਰਹੀ ਸੀ, ਗੁਰੂ
ਨਾਨਕ ਦੇ ਪੋਤਰਿਆਂ ਗੱਦੀ ਨਸ਼ੀਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਇਹਨਾਂ ਇਲਾਕਿਆਂ ਵਿੱਚ ਸਫ਼ਰ ਕਰਨ ਲਈ ਆਏ ਹੋਏ ਸਨ ਅਤੇ ਬਾਦਸ਼ਾਹੀ ਕੈਂਪ ਦੇ ਨਾਲ ਜਾ ਰਹੇ ਸਨ। ਇਹ ਨਿਤਾ ਪ੍ਰਤੀ ਸੰਸਾਰੀ ਲੋਕਾਂ, ਧਾਰਮਿਕ ਹੱਟੀਆਂ ਅਤੇ ਹੋਰ ਹਰ ਪ੍ਰਕਾਰ ਦੇ ਲੋਕਾਂ ਦੇ ਇਕੱਠਾਂ ਵਿੱਚ ਵਿਖਿਆਨ ਕਰਿਆ ਕਰਦੇ ਸਨ। ਤਾਪਦੀ ਕਿਨਾਰੇ ਇੱਕ ਸਾਧੂ ਲੂਣੀਆਂ ਨੂੰ ਵੀ ਦਰਸ਼ਨ ਦਿੱਤੇ। ਕਿੰਨੀ ਨਿਮਰਤਾ ਸੀ ਦਸ਼ਮੇਸ਼ ਪਿਤਾ ਵਿੱਚ ਕਿ ਜਦ ਲੂਣੀਆਂ ਨੇ ਕਿਹਾ ਕਿ ਉਸ ਦੇ ਡੇਰੇ ਚਰਨ ਪਾਓ ਤਾਂ ਆਪ ਜੀ ਨੇ ਫਰਮਾਇਆ, ਜਿੱਥੇ ਆਪ ਜੈਸੇ ਮਹਾਪੁਰਸ਼ ਬਿਰਾਜਮਾਨ ਹਨ ਉਹ ਅੱਗੇ ਹੀ ਪਵਿੱਤਰ ਹੈ। ਨਾਲ ਹੀ ਜਦ ਇੱਕ ਸਿੱਖ ਨੇ ਭੱਠ ਪਈ ਦੱਖਣ ਦੀ ਗੱਲ ਆਖੀ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਨਾ ਆਖੋ, ਦੱਖਣ ਵੀ ਮੈਨੂੰ ਪਿਆਰਾ ਹੈ ਅਤੇ ਉੱਥੇ ਕਈ ਜ਼ਰੂਰੀ ਕੰਮ ਹੋਣੇ ਹਨ। ਦੱਖਣ ਵਿੱਚ ਵੀ ਗੱਲਬਾਤ ਸਿਰੇ ਨਾ ਚੜੀ ਅਤੇ ਗੁਰੂ ਜੀ ਨੇ ਨੰਦੇੜ ਜਾਣ ਦਾ ਇਰਾਦਾ ਕੀਤਾ। ਬੰਦਾ ਸਿੰਘ ਬਹਾਦਰ ਪਹਿਲਾਂ ਦਮਦਮੇ, ਫਿਰ ਦਾਦੂ ਦਵਾਰੇ ਅਤੇ ਹੁਣ ਬਹਾਰਨਪੁਰ ਗੁਰੂ ਜੀ ਬੰਦਾ ਸਿੰਘ ਬਾਰੇ ਬਹੁਤ ਕੁਝ ਸੁਣ ਚੁੱਕੇ ਸਨ। ਕਈ ਤਾਂ ਵਰਜਦੇ ਸਨ ਕਿ ਮਾਧੋ ਦਾਸ ਦੇ ਮੱਥੇ ਨਾ ਲੱਗਿਆ ਜਾਏ। ਮਾਧੋ ਦਾਸ ਨੇ ਆਪਣਾ ਟਿਕਾਣਾ ਨੰਦੇੜ ਵਿਖੇ ਹੀ ਕੀਤਾ ਹੋਇਆ ਸੀ ਅਤੇ ਰਿੱਧੀਆਂ ਸਿੱਧੀਆਂ ਦੇ ਚਮਤਕਾਰ ਦਿਖਾ ਕੇ ਉਹ ਕਈਆਂ ਤੇ ਪ੍ਰਭਾਵ ਪਾਉਂਦਾ ਸੀ। ਕਈ ਇੱਕ ਮਹਾਤਾਵਾਂ ਦੇ ਡੇਰੇ ਬੁਲਾ ਬੇਨਤੀ ਵੀ ਕੀਤੀ ਸੀ। ਮਾਧੋ ਵੈਸ਼ਨਵ ਸਾਧੂ ਸੀ। ਗੁਰੂ ਪਾਤਸ਼ਾਹ ਉਸ ਦੇ ਡੇਰੇ 3 ਸਤੰਬਰ 1708 ਨੂੰ ਜਾਣ ਬੁੱਝ ਕੇ ਸੂਰਜ ਗ੍ਰਹਿਣ ਵਾਲੇ ਦਿਨ ਪੁੱਜੇ ਅਤੇ ਬੱਕਰਾ ਝਟਕਾ ਕੇ ਮਾਸ ਰਿਝਣਾ ਰੱਖ ਦਿੱਤਾ। ਉਸ ਦੇ ਸਾਥੀਆਂ ਨੇ ਬਹੁਤ ਵਰਜਿਆ ਪਰ ਗੁਰੂ ਜੀ ਤਾਂ ਵੈਰਾਗੀ ਨੂੰ ਬੰਦਾ ਬਣਾਉਣ ਆਏ ਸਨ। ਮਾਧੋ ਦਾਸ ਨੂੰ ਜਦ ਉਸ ਦੇ ਚੇਲਿਆਂ ਨੇ ਖਬਰ ਭੇਜੀ ਤਾਂ ਉਹ ਬਹੁਤ ਕਲਪਿਆ ਅਤੇ ਬਹੁਤ ਯਤਨ ਕੀਤੇ ਕਿ ਆਪਣੀ ਸਿੱਧੀ ਦੇ ਜ਼ੋਰ ਨਾਲ ਗੁਰੂ ਜੀ ਦੀ ਹੇਠੀ ਕਰ ਸਕੇ, ਪਰ ਦਸ਼ਮੇਸ਼ ਪਿਤਾ ਅੱਗੇ ਉਸ ਦੀ ਇੱਕ ਨਾ ਚੱਲੀ। ਆਪਣੀ ਸਾਰੀ ਰਿੱਧੀ ਅਤੇ ਸਿੱਧੀ ਨੂੰ ਕਿਸੇ ਕੰਮ ਨਾ ਆਉਂਦਾ ਦੇਖ ਪੁਕਾਰ ਉੱਠਿਆ, ਤੁਸੀਂ ਕੌਣ ਹੋ? ਗੁਰੂ ਪਾਤਸ਼ਾਹ, ਉਹ ਹੀ ਜਿਸ ਨੂੰ ਤੂੰ ਜਾਣਦਾ ਹੈ। ਮਾਧੋ ਦਾਸ, ਮੈਂ ਕੀ ਜਾਣਦਾ ਹਾਂ? ਗੁਰੂ ਜੀ, ਆਪਣੇ ਅੰਦਰ ਝਾਤੀ ਮਾਰ। ਮਾਧੋ ਦਾਸ, ਸੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ? ਗੁਰੂ ਜੀ, ਹਾਂ। ਮਾਧੋ ਦਾਸ, ਤੁਹਾਡਾ ਇੱਧਰ ਆਉਣਾ ਕਿਸ ਤਰ੍ਹਾਂ ਹੋਇਆ? ਗੁਰੂ ਜੀ, ਇੱਧਰ ਇਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੱਖ ਬਣਾਵਾਂ। ਮਾਧੋ ਦਾਸ, ਮੈਨੂੰ ਪ੍ਰਵਾਨ ਹੈ ਮਹਾਰਾਜ, ਮੈਂ ਤੁਹਾਡਾ ਬੰਦਾ ਹਾਂ। ਤਰੀਖੇ ਪੰਜਾਬ ਦਾ ਲਿਖਾਰੀ ਲਿਖਦਾ ਹੈ ਕਿ ਗੁਰੂ ਜੀ ਨੇ ਇਹ ਵੀ ਕਿਹਾ, ਜੇ ਤੂੰ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ। ਕਹਿੰਦੇ ਹਨ ਕਿ ਅਰਜਨ ਨੂੰ ਹਥਿਆਰ ਸੁੱਟਦੇ ਦੇਖ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਰਾਹੀਂ ਉਪਦੇਸ਼ ਦਿੱਤਾ ਸੀ ਅਤੇ ਉਸ ਨੂੰ ਵਿਰਾਟ ਰੂਪ ਦਿਖਾਇਆ ਸੀ ਕਿ ਸਾਰੇ ਹੀ ਰਿਸ਼ਤੇਦਾਰ ਜੋ ਦਿਖਾਈ ਦੇ ਰਹੇ ਹਨ ਝੂਠੇ ਹਨ ਅਤੇ ਜੋ ਦਿਸ ਰਿਹਾ ਹੈ ਮਿੱਥਿਆ ਹੈ। ਗੁਰੂ ਜੀ ਨੇ ਅੰਦਰ ਝਾਤ ਮਰਵਾ ਕੇ ਦੱਸਿਆ ਕਿ ਉਹ ਆਪਣੇ ਆਸ਼ਰਮ ਵਿੱਚ ਤਾਂ ਸਿੱਧੀਆਂ ਦੇ ਬਲ ਨਾਲ ਸ਼ਾਇਦ ਪਵਿੱਤਰਤਾ ਕਾਇਮ ਰੱਖ ਲਵੇ, ਪਰ ਸਾਰੇ ਹਿੰਦੁਸਤਾਨ ਵਿੱਚ ਖੂਨ ਦੀਆਂ ਨਦੀਆਂ ਵਗ ਰਹੀਆਂ ਹਨ ਅਤੇ ਉਸ ਹਾਲਤ ਵਿੱਚ ਉਸ ਦੇ ਆਸ਼ਰਮ ਦੀ ਪਵਿੱਤਰਤਾ ਦਾ ਕੀ ਅਰਥ? ਮੈਂ ਤੇਰਾ ਧਿਆਨ ਦਿਲਾਨੇ ਕੇ ਲਈ ਇੱਧਰ ਆਇਆ ਹਾਂ। ਮਾਧੋ ਦਾਸ ਦੀ ਜਾਗ ਖੁੱਲੀ। ਉਹ ਵੈਰਾਗੀ ਤੋਂ ਬੰਦਾ ਬਣਿਆ ਤੇ ਅੰਮ੍ਰਿਤ ਛਕ ਕੇ ਬੰਦਾ ਸਿੰਘ। ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ ਸਤਿਗੁਰਾਂ ਇਸੇ ਆਪਣੇ ਦਸਤ ਮੁਬਾਰਕ ਸੇ ਪਹਲ ਦੀ ਬੰਦਾ ਸਿੰਘ ਨਾਉ ਰੱਖਾ, ਇਸੇ ਰਹਿਤ ਬਹਿਤ ਬਤਾਈ। ਸਿੰਘ ਸੱਜ ਕੇ ਬੰਦਾ ਸਿੰਘ ਜੀ ਵਿੱਚ ਨਵਾਂ ਜੋਸ਼ ਜਾਗਿਆ। ਸਿੱਖ ਇਤਿਹਾਸ ਦੀਆਂ ਹਿਰਦੇ ਵੇਦਕ ਘਟਨਾਵਾਂ ਨੇ ਤਾਂ ਉਸ ਨੂੰ ਹੋਰ ਦਾ ਹੋਰ ਬਣਾ ਦਿੱਤਾ। ਗੁਰੂ ਨਾਨਕ ਜੀ ਦਾ ਰੋੜਾਂ ਦੀ ਵਿਛਾਈ ਕਰਨਾ, ਗੁਰੂ ਅੰਗਦ ਦੇਵ ਜੀ ਦੀਆਂ ਘਟਨਾਵਾਂ, ਗੁਰੂ ਅਮਰਦਾਸ ਜੀ ਦੀ ਅਟੁੱਟ ਸੇਵਾ, ਗੁਰੂ ਰਾਮਦਾਸ ਜੀ ਦੀ ਨਿਮਰਤਾ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਤੱਤੀਆਂ ਤਵੀਆਂ ਤੇ ਬੈਠਣਾ, ਦੇਗਾਂ ਵਿੱਚ ਉਬਲਣਾ, ਤੱਤੇ ਰੇਤੇ ਪਵਾਉਣੇ, ਫਿਰ ਦਰਿਆ ਵਿੱਚ ਰੋੜੇ ਜਾਣਾ, ਗੁਰੂ ਹਰਗੋਬਿੰਦ ਜੀ ਦਾ ਮੁਗਲਾਂ ਨਾਲ ਅਣਖ ਲਈ ਲੜਨਾ, ਗੁਰੂ ਹਰ ਰਾਏ ਜੀ ਦੀ ਦਾਰਾ ਨੂੰ ਇਮਦਾਦ, ਗੁਰੂ ਹਰਕ੍ਰਿਸ਼ਨ ਜੀ ਦਾ ਔਰੰਗਜ਼ੇਬ ਅੱਗੇ ਨਾ ਝੁਕਣਾ, ਗੁਰੂ ਤੇਗ ਬਹਾਦਰ ਜੀ ਦਾ ਪਰਉਪਕਾਰ ਹਿੱਤ ਚਾਂਦਨੀ ਚੌਂਕ ਸ਼ਹੀਦ ਹੋਣਾ, ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਚਮਕੌਰ ਵਿਖੇ ਸ਼ਹਾਦਤ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਤਾਂ ਉਸ ਦਾ ਖੂਨ ਉਬਾਲੇ ਖਾਣ ਲੱਗ ਪਿਆ। ਉਸ ਪ੍ਰਣ ਕਰ ਲਿਆ ਕਿ ਇਹ ਜ਼ੁਲਮੀ ਰਾਜ ਜੜੋਂ ਉਖੇੜ ਕੇ ਹੀ ਸਾਹ ਲਵੇਗਾ। ਨੰਦੇੜ ਵਿਖੇ ਹੋਰ ਕੌਤਕ। ਸੂਰਜ ਪ੍ਰਕਾਸ਼ ਦੇ ਲਿਖਾਰੀ ਦਾ ਕਥਨ ਹੈ ਕਿ ਬਹਾਦਰ ਸ਼ਾਹ ਉੱਥੇ ਆਪੂ ਮਿਲਣ ਆਇਆ ਤੇ ਮਜਬੂਰੀ ਜ਼ਾਹਿਰ ਕੀਤੀ ਕਿ ਮੇਰੇ ਤੇ ਸ਼ਰ੍ਹਾ ਦੀ ਫਾਂਸੀ ਪਈ ਹੋਈ ਹੈ, ਅਜੇ ਸੂਬੇ ਵੀ ਵਸ ਨਹੀਂ, ਸੋ ਅਹਿਦਨਾਮੇ ਤੇ ਅਮਲ ਕਰਾਉਣਾ ਮੁਸ਼ਕਿਲ ਹੈ। ਪਰ ਬਖਤ ਮੱਲ ਦੇ ਕਹਿਣ ਅਨੁਸਾਰ ਇਹ ਹੁਕਮ ਦਿੱਤਾ ਕਿ ਹਰ ਰੋਜ਼ ਸਰਹਿੰਦ ਦੇ ਖਜ਼ਾਨੇ ਵਿੱਚੋਂ 300 ਰੁਪਇਆ ਗੁਰੂ ਜੀ ਨੂੰ ਦਿੱਤਾ ਜਾਵੇ। ਬਹਾਦਰ ਸ਼ਾਹ ਆਪੂ ਵੀ ਮਿਲਣ ਆਇਆ ਅਤੇ ਇੱਕ ਨਗੀਨਾ ਭੇਂਟ ਕੀਤਾ। ਮਹਾਰਾਜ ਨੇ ਉਸ ਨਗੀਨੇ ਦੀ ਉਪਮਾ ਕੀਤੀ ਪਰ ਗੋਦਾਵਰੀ ਵਿੱਚ ਸੁੱਟ ਦਿੱਤਾ। ਬਹਾਦਰ ਸ਼ਾਹ ਨੇ
हैरानी प्रगट की, पर महाराज ने उसनूं कई नगीने गोदावरी विच दिखा दिते अते यह भी कहा कि जे बहुत कीमती है तो गोदावरी विचों कढ़ लै। महाराज ने यह प्रगट करना सी कि उन्हां नूं किसी मायकी पदार्थ की लोड़ नहीं है। नदेड़ विखे ही बालू हसना अते गोविंद साहिब उदासी मिलन आए। उदासियां ने गुरु नानक साहिब के अस्थान ढूंढण ते संभालण विच बहुत बिखड़ा कार्ज कीता सी। गुरु गोबिंद सिंह जी ने उन्हां दी प्रचार लगन की शलाघा की। माता साहिब देवा अते भाई राम कुयर जी नूं भी दिल्ली भेज दिता अते आपूं छेती मुड़न दा सुनेहा घल्लिया। गुरु गोबिंद सिंह जी ते मारू हमला वजीर खान नवाब सरहिंद नूं आगरे विखे होई। गुरु गोबिंद सिंह जी अते बहादुर शाह की मुलाकात का पता लग गया सी। उसनूं यह फरमान भी मिल गया सी 300 रुपए रोज़ सरहंद के खजाने विचों गुरु जी नूं भेजे। यह भी प्रतੱਖ सी कि समझौते अनुसार उसनूं सख्त सज़ा मिलनी सी। गुरु जी का दखण वल कूच करना सुन के उसनूं कुछ चिर साह तां जरूर आया, पर यह कोई आराम नहीं सी। उसनूं पक्की खबर सी कि गुरु जी पक्की संधि करके ही मुड़नगे अते पहला शिकार ਉਹ ही होवेगा। उसने वड्डी साजिश रची। पहला एक पठान भेजा कि गुरु जी नूं राह विच ही शहीद कर दिता जाए, पर पठान अपने मनसूबे विच कामयाब ना होया अते पकड़िया गया। हुण वजीर खान ने जमशैद खान नां दे एक पठान सरकारी अहुदेदार नूं अते गुल खान नूं भेजिया। ਇਹ ਦੋਵੇਂ ਪਹਿਲਾਂ माता सुंदरी जी कोल बहारनपुर पुजे अते गुरु जी का सारा थौ टिकाणा लैके दखण वल चल पे। इंज प्रतीत हुंदा है कि उन्हां दी पहिलां भी गुरु जी नाल जाण पछाण सी, इसलिए उन्हां नूं दरबार विच आउण जाण दी जे खुल नहीं सी तां रुकावट भी नहीं सी। जद दोवें पठान नदेड़ पुजे तां गुरु जी वापस मुड़न दीआं तैयारियां विच सन। सो उन्हां समझ लिया कि जे गुरु जी पंजाब वल चल पे तां सरहिंद दे नवाब लई जिउणा मुश्किल हो जावेगा। आर्चर का कहना है कि यह फैसला हो गया सी कि जालम ते जुल्म विरुद्ध जंग आरंभ दिती जावे। एक शाम नूं मौका ताड़ के यह महाराज दे शमियाने विच आ गए अते बैठ गए। महाराज अजे बिराजे ही सन अते कोई सिंह कोल नहीं सी। जमशेद खान ने कटार नाल पेट विच सख्त वार कीता। दूजा भी उस करना चाहिया पर कर ना सकिया अते महाराज ने ਸਿੰਘਾਂ ਦੇ ਆਉਣ ਤੋਂ ਪਹਿਲਾਂ ही उसनूं ਥਾਂ ही मार दिता। दूजे गुल खान भाईदे नूं ਸਿੰਘਾਂ पकड़ लिया अते उसने सारी साजिश तो परदा ला दिता। सारिਆਂ ने जद महाराज नूं खून नाल लथपथ देखिया तां घबराए, पर महाराज जी ने कहा कि अकाल ने हथ दे बचाया है, पर जख्म सीन की लोड़ है। यह दुर्घटना 14 सितंबर 1708 ईस्वी की है। अहमद शाह बटालवी का कहना है कि दिल जिगर ते अंतड़ियां तक चीरियां गईयां सन। अमृत गुटका के लिखारी ने सारी घटना अस्वीकार कर दी है। उसकी लिखत इस प्रकार है। नदेड़ पुज के वह दोवें जमशैद अते गुल खां मौके की भाल करन लगे। एक दिन पठान इस तरह मन विच गिणदा होया जिथे सतगुरु जी बैठे सन अते रहरास वेले दीवान लगा सी, उत्थे ही जाए बैठा। गुरु जी ने आदर किया। जिस वेले रहरास का भोग पिया, सरबत खालसा हुक्म मन के अपने अपने डेरे गए। तब सरब सतगुरु जी सत्कार दा सिमरन करके तंबू उपर मसनद पर जाए बैठे। एक सिख हजूर विच रुमाल हिलावन वाला उस वक्त हाजिर सी। ओह पठान जो पिछे बैठा रहा ओह भी अंदर जाए बैठा। जिस वेले घड़ी उसनूं बैठिया होए उस समय श्री सतगुर कारण करण जी ने उस रुमाल फेरते सिख नूं किसी कारण भेज दिता, पर नेत्र जान के मीटन लगे। तब उस मलेश ने जाता सो वेला हुण अच्छा है। तब उस दुष्ट ने उठ के साहिब दे उदर विच कटार मारिया। यद्यप कमर कसी हुई सी, तदप कटार दा घाव बहुत हुआ। जब लहू चलिया तब मरण धीर श्री सतगुरु जी सावधान पे और उस पठान क्यों जाता देख। तब खब्बे पासे साथ उसका जामा पकड़ लिया, मार हुजका मारिया। तब ओह दुष्ट गिर पिया। तब श्री सतगुरु जी तकिए पर अपना कटार धरिया हुआ था, सो दाहिने हाथ से पकड़ लिया, उसको म्यान से जुदा करन हित चटकाया। तब उसका म्यान ना गिरा। तब बड़े जोर से तीसरी बेर म्यान गिराए दिया। इस बेर करन में अंतर्जामी का प्रयोजन यह था कि इतने श्वास उसने लेने थे। तब उसका अंतकाल जानकर उस हृदय में जमतार दा घाव मारिया। उसने कहा,
हाय अम्मा। पतित उदाहरण श्री सतगुरु जी बोले, अरे अल्लाह कहो अल्लाह, यह अम्मा को याद करन दा कौन सा वक्त है। इस जोर का शस्त्र मारा था, तब उसके प्राण निकल गए। तब परियंतर सिख भी आए पहुंचे, उस मृतक को उठाए कर डार दिया और हुक्म हुआ, जो इसके नफर टहली हैं उसको कुछ नहीं कहना। तब बहादुर शाह को यह खबर पई, उसे वक्त फिरंगी जिरा हकीम भेजे। उसने आए जख्म देखा और सिया। उन्होंने कहा, हम थोड़े दिन में स्नान करवाए देवेंगा। 10 मोहरा रोज उनको देते रहे। तब 12वें दिन भाव 26 सितंबर इशनान पया। धन गुरु गोबिंद सिंह जी ਹਨ, जिन्हां ते मारू हमला होया सी, पर सहज ਨੂੰ ਹੱਥੋਂ ਨਾ ਛੱਡਿਆ ਅਤੇ ਦੂਜੇ ਦੇ ਅੰਤਲੇ ਸਮੇਂ ਵੀ ਅੱਲਾ ਦੀ ਯਾਦ ਕਰਵਾਈ। ਬਾਬਾ ਬੰਦਾ ਸਿੰਘ ਜੀ ਨੂੰ ਪੰਜਾਬ ਭੇਜਣਾ। ਭਾਵੇਂ ਛੇਤੀ ਹੀ ਜ਼ਖਮ ਭਰੇ ਜਾ ਰਹੇ ਸਨ, ਪਰ ਉਹਨਾਂ ਇਹ ਉਚਿਤ ਸਮਝਿਆ ਕਿ ਬੰਦਾ ਸਿੰਘ ਨੂੰ ਛੇਤੀ ਪੰਜਾਬ ਭੇਜਿਆ ਜਾਏ ਤਾਂ ਕਿ ਉਹਨਾਂ ਦੇ ਮੁੜਨ ਤੋਂ ਪਹਿਲਾਂ ਖਿੰਡੀਆਂ ਪੁੰਡੀਆਂ ਤਾਕਤਾਂ ਇਕੱਠੀਆਂ ਕਰ ਲਵੇ। ਉਹ ਇਹ ਵੀ ਜਾਣ ਗਏ ਕਿ ਮਾਮਲਾ ਗੰਭੀਰ ਹੈ। ਭਾਵੇਂ ਬਹਾਦਰ ਸ਼ਾਹ ਦਾ ਕੋਈ ਦੋਸ਼ ਨਹੀਂ, ਪਰ ਢਿੱਲ ਮੱਠ ਕਰਨ ਨਾਲ ਸਾਜ਼ਿਸ਼ੀ ਤਕੜੇ ਹੋ ਰਹੇ ਹਨ। ਜੇ ਇਹ ਘਟਨਾ ਨਾ ਹੁੰਦੀ ਤਾਂ ਗੁਰੂ ਜੀ ਨੇ ਆਪੂ ਵਾਪਸ ਤੁਰ ਪੈਣਾ ਸੀ। ਆਪ ਜੀ ਨੇ ਬਾਬਾ ਜੀ ਨੂੰ ਕੌਮ ਦਾ ਜਥੇਦਾਰ ਬਣਾ ਕੇ ਭੇਜਿਆ। C.H. ਪੇਨ ਨੇ ਸਪਸ਼ਟ ਲਿਖਿਆ ਹੈ ਕਿ ਕੁਝ ਦਿਨਾਂ ਵਿੱਚ ਹੀ ਗੁਰੂ ਜੀ ਦੀ ਬੰਦਾ ਸਿੰਘ ਨਾਲ ਐਸੀ ਉਨਸ ਹੋ ਗਈ ਕਿ ਉਸ ਨੂੰ ਆਪਣੀ ਥਾਵੇਂ ਜਾਨਸ਼ੀਨ ਨਿਯਤ ਕੀਤਾ। ਗੁਰੂ ਜੀ ਦੇ ਤੌਰ ਤੇ ਨਹੀਂ, ਸਗੋਂ ਫੌਜ ਦੇ ਕਮਾਂਡਰ ਦੇ ਤੌਰ ਤੇ ਗੁਰੂ ਜੀ ਨੇ ਬੰਦਾ ਸਿੰਘ ਨੂੰ ਬਹਾਦਰ ਦਾ ਖਿਤਾਬ ਦਿੱਤਾ। ਆਪਣੇ ਭੱਥੇ ਵਿੱਚੋਂ ਤੀਰ ਦਿੱਤੇ, ਇੱਕ ਨਗਾਰਾ, ਇੱਕ ਨਿਸ਼ਾਨ ਦਿੱਤਾ। 5 ਪਿਆਰੇ ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ ਨਾਲ ਕੀਤੇ ਕਿ ਉਹਨਾਂ ਦੀ ਸਲਾਹ ਨਾਲ ਤੁਰਨਾ। ਫਿਰ ਇਹ ਵੀ ਹੁਕਮ ਦਿੱਤਾ ਕਿ ਜਿਨ੍ਹਾਂ ਨੇ ਵੀ ਸਾਡੇ ਕਾਰਨ ਸਾਡੇ ਪਿਆਰੇ ਸੇਵਕ ਬੁੱਧੂ ਸ਼ਾਹ ਫਕੀਰ ਨੂੰ ਕਤਲ ਕੀਤਾ ਸੀ, ਉਹਨਾਂ ਨੂੰ ਸਜ਼ਾਵਾਂ ਦੇਣੀਆਂ। ਬੰਦਾ ਸਿੰਘ ਨੂੰ ਆਚਰਣ ਕਾਇਮ ਰੱਖਣ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ, ਮੇਰੇ ਹਿਰਦੇ ਦੇ ਪ੍ਰੇਮ ਪਿਆਰੇ ਖਾਲਸਾ ਜੀ ਦੀ ਆਗਿਆ ਵਿੱਚ ਰਹਿਣਾ। ਵਾਹਿਗੁਰੂ ਦੇ ਹਜ਼ੂਰ 5 ਸਿੰਘ ਇਕੱਤਰਿਤ ਕਰਕੇ ਕਾਰਜ ਕਰਨਾ, ਅਰਦਾਸ ਸੋਧ ਕਰ ਕਾਰਜ ਕਰਨਾ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਨਿਮਰਤਾ ਨਾਲ ਨਿਰਮਾਣ ਹੋ ਕੇ ਬੈਠਣਾ, ਗੱਦੀ ਆਸਣ ਲਗਾ ਕੇ ਨਾ ਬੈਠਣਾ। ਭਾਈ ਰਤਨ ਸਿੰਘ ਜੀ ਇਹ ਵੀ ਲਿਖਦੇ ਹਨ ਕਿ ਗੁਰੂ ਜੀ ਨੇ ਆਪਣਾ ਖੰਡਾ ਵੀ ਉਤਾਰ ਕੇ ਦਿੱਤਾ ਅਤੇ ਬਾਬਾ ਜੀ ਨੇ ਗਲੇ ਵੀ ਪਾ ਲਿਆ, ਪਰ ਸਿੰਘਾਂ ਪੰਥ ਦੀ ਵਸਤੂ ਆਖ ਕੇ ਵਾਪਸ ਮੋੜ ਲਈ। ਇਹ ਵੀ ਗੁਰੂ ਜੀ ਨੇ ਕਿਹਾ ਕਿ ਅੱਗੇ ਖਾਲਸਾ ਰਾਜ ਰਹਿਤ ਸੀ, ਹੁਣ ਰਾਜ ਕਰੇਗਾ ਖਾਲਸਾ। ਬਾਬਾ ਬੰਦਾ ਸਿੰਘ ਜੀ ਨੇ ਸਭ ਹੁਕਮ ਮੰਨਣ ਦਾ ਪ੍ਰਣ ਕੀਤਾ। ਜੋਤੀ ਜੋਤ ਸਮਾਉਣਾ। ਕੁਝ ਦਿਨ ਵਿੱਚ ਹੀ ਫੱਟ ਭਰ ਗਏ ਅਤੇ ਅੰਗੂਰ ਵੀ ਪੈ ਗਿਆ, ਪਰ 6 ਅਕਤੂਬਰ 1708 ਨੂੰ ਇੱਕ ਭਾਰੀ ਕਮਾਨ ਅਤੇ ਚਿੱਲਾ ਚਲਾਉਣ ਵੇਲੇ ਸੀਤੇ ਫੱਟਾਂ ਤੇ ਤੋਪੇ ਉਖੜ ਗਏ। ਕੋਸ਼ਿਸ਼ ਕਰਕੇ ਫੱਟ ਸੀਤੇ ਗਏ, ਪਰ ਹੁਣ ਗੁਰੂ ਜੀ ਨੇ ਫਰਮਾਇਆ ਕਿ ਸਭ ਹੀਲੇ ਵਿਅਰਥ ਹਨ। ਅੱਜ ਪੰਚਮੀ ਹੈ ਅਤੇ ਅੱਜ ਦੇ ਦਿਨ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦਾ ਪੁੱਲ ਬੱਧਾ ਸੀ, ਸੋ ਅਕਾਲ ਚਲਾਣੇ ਦਾ ਚਿੱਤ ਹੈ। ਅੰਤਿਮ ਸਮਾਂ ਨੇੜੇ ਜਾਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕੋਲ ਸੱਦਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ ਅਤੇ ਫਰਮਾਇਆ, ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਪੰਥ ਗੁਰੂ ਪੰਥ ਹੋਵੇਗਾ। ਸਰੀਰਿਕ ਗੁਰੂ ਦੀ ਪਰਪਾਟੀ ਖਤਮ ਕਰ ਦਿੱਤੀ ਹੈ। ਆਪੂ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਇਆ ਅਤੇ ਚੌਰ ਕੀਤਾ। ਜਿਵੇਂ ਖਾਲਸੇ ਨੂੰ ਸਰੀਰਿਕ ਜਾਮਾ ਬਖਸ਼ਣ ਵੇਲੇ ਬੀਰ ਆਸਨ ਲਗਾ 5 ਕੋਲੋਂ ਅੰਮ੍ਰਿਤ ਛਕਿਆ ਸੀ, ਇਸ ਵਾਰੀ ਆਪੂ ਹੀ ਚੌਰ ਝੁਲਾਇਆ ਅਤੇ ਆਪੂ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ। ਇਹ ਇਹਤਿਆਤ ਇਸ ਲਈ ਵਰਤੀ ਕਿਉਂਕਿ ਗੁਰੂ ਜੀ ਦੇਖ ਰਹੇ ਸਨ ਕਿ ਜਦ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਗੁਰੂ ਹੋਣ ਦਾ ਐਲਾਨ ਕੀਤਾ ਸੀ, ਤਾਂ ਬਾਬਾ ਸ਼੍ਰੀ ਚੰਦ ਗੁੱਸੇ ਹੋ ਬਾਬਾ ਲਖਮੀ ਚੰਦ ਜੀ ਨਾਰਾਜ਼ ਹੋ ਗਏ। ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪ ਕੇ ਬਾਬਾ ਬੁੱਢਾ ਜੀ ਦੇ ਹੱਥੋਂ ਤਿਲਕ ਲਵਾਇਆ, ਤਾਂ ਦਾਤੂ ਜੀ ਨੇ ਲੱਤ ਮਾਰੀ ਅਤੇ ਦਾਸੂ ਜੀ ਨੇ ਬਹੁਤ ਰੋਸ ਮਨਾਇਆ। ਜਦ ਫਿਰ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਅਤੇ ਬਾਬਾ ਬੁੱਢਾ ਜੀ ਨੇ ਚੌਰ ਝੁਲਾਇਆ, ਤਾਂ ਮੋਹਨ ਜੀ ਕਮਲੇ ਹੋ ਗਏ ਅਤੇ ਮੋਹਰੀ ਜੀ ਕੁਝ ਚਿਰ ਵਿਟਰੇ ਰਹੇ। ਪਿੱਛੋਂ ਕਿਧਰੇ ਜਾ ਕੇ ਹੀ ਉਹਨਾਂ ਨੇ ਸਿਰ ਝੁਕਾਇਆ ਸੀ। ਗੁਰੂ ਅਰਜਨ ਦੇਵ ਹੱਥ ਜਦ ਗੁਰਿਆਈ ਆਈ ਤਾਂ ਬਾਬਾ ਬੁੱਢਾ ਜੀ ਨੇ ਤਖਤ ਤੇ ਬਿਠਾਇਆ, ਤਾਂ ਭਰੇ ਦੀਵਾਨ ਵਿੱਚ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੇ
ਗੁਰੂ ਜੀ ਦਾ ਅਪਮਾਨ ਕੀਤਾ ਅਤੇ ਵਿਰੋਧੀ ਹੋ ਗਏ। ਫਿਰ ਗੁਰੂ ਹਰਗੋਬਿੰਦ ਜੀ ਨੂੰ ਬਾਬਾ ਬੁੱਢਾ ਜੀ ਨੇ 2 ਕਿਰਪਾਨਾਂ ਪਹਿਨਾ ਕੇ ਗੁਰੂ ਹੋਣ ਦਾ ਐਲਾਨ ਕੀਤਾ ਤਾਂ ਕਈ ਉਰਾਂ ਪਰਾਂ ਝਾਕਣ ਲੱਗ ਪਏ। ਗੁਰੂ ਹਰ ਰਾਏ ਜੀ ਨੂੰ ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਸਪੁੱਤਰ ਨੇ ਗੱਦੀ ਤੇ ਸੁਸ਼ੋਭਿਤ ਕੀਤਾ ਤਾਂ ਧੀਰ ਮੱਲ ਜੀ ਨੇ ਸਾਜ਼ਿਸ਼ਾਂ ਦਾ ਜਾਲ ਹੀ ਵਿਛਾ ਦਿੱਤਾ। ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਤੇ ਭਾਨਾ ਜੀ ਨੇ ਬਿਠਾਇਆ ਤਾਂ ਬਾਬਾ ਰਾਮ ਰਾਏ ਔਰੰਗਜ਼ੇਬ ਨਾਲ ਹੀ ਜਾ ਮਿਲੇ। ਗੁਰੂ ਤੇਗ ਬਹਾਦਰ ਜੀ ਵੇਲੇ ਜਦ ਭਾਈ ਗੁਰਦਿੱਤਾ ਜੀ ਬੁੱਢਾ ਜੀ ਦੇ ਪੋਤਰੇ ਨੇ ਗੁਰੂ ਹਰਕ੍ਰਿਸ਼ਨ ਜੀ ਦੀ ਅੰਤਿਮ ਮਰਜ਼ੀ ਦਾ ਪ੍ਰਗਟਾਵਾ ਕੀਤਾ ਤਾਂ 22 ਗੁਰੂ ਬਣ ਬੈਠੇ। ਗੁਰੂ ਗੋਬਿੰਦ ਸਿੰਘ ਨੂੰ ਗੁਰਗੱਦੀ ਤੇ ਜਦ ਬਾਬਾ ਰਾਮ ਕੁਇਰ ਬੁੱਢਾ ਜੀ ਦੇ ਪੜਪੋਤਰੇ ਨੇ ਹੱਥੀਂ ਬਿਠਾਇਆ ਤਾਂ ਕਈ ਦੰਭੀ ਉੱਗ ਪਏ। ਇਸ ਵਾਰੀ ਗੁਰੂ ਜੀ ਨੇ ਆਪੂ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ, ਆਪ ਹੀ ਚੌਰ ਚੁਲਾਇਆ, ਆਪ ਹੀ ਪ੍ਰਕਾਸ਼ ਕੀਤਾ ਤਾਂ ਕਿ ਕੋਈ ਅਤੇ ਕਿਸੇ ਤੱਕ ਕਿਸਮ ਦਾ ਭੁਲੇਖਾ ਪੰਥ ਵਿੱਚ ਨਾ ਰਹੇ। ਕਵੀ ਸੈਨਾਪਤੀ ਨੇ ਖਾਲਸੇ ਨੂੰ ਜਾਮਾ ਬਖਸ਼ੇ ਜਾਣ ਦੀ ਸਾਖੀ ਦਾ ਵਿਸਥਾਰ ਦਿੰਦੇ ਹੋਏ ਲਿਖਿਆ ਹੈ ਕਿ ਮਹਾਰਾਜ ਨੇ ਫਰਮਾਇਆ ਕਿ ਹੁਣ ਖਾਲਸਾ ਹੀ ਗੁਰੂ ਹੈ, ਸਾਰੀਆਂ ਜ਼ਿੰਮੇਵਾਰੀਆਂ ਚੁੱਕਣ ਯੋਗ ਖਾਲਸੇ ਨੂੰ ਹੀ ਜਾਤਾ ਹੈ। ਉਸ ਦੇ ਸ਼ਬਦ ਹਨ, ਏਕ ਦਿਵਸ ਕਾਰਨ ਤੇ ਆਗੇ ਮਿਲ ਕੇ ਸਿੰਘ पूछने लागे कवन रूप आपन प्रभ कीनो तिन को जवाब भांत एह दीनो ताहे समय गुर बेन सुनायो खालसा अपना रूप बतायो खालसा ही सो है मम काम बख्श दियो खालसे को जम। दोहरा खालसा मेरो रूप है खास खालसा के पास आद अंत ही होत है खालसे ही में बास। फिर सिखां पुछ कीती कि सरीरिक जामा तां खालसा नूं बख्शिया है, आत्मा कित्थे है, अजर स्वरूप केड़ा है, जोत कित्थे है तां आप जी ने फरमाया, सतगुर हमारा अपर अपारा शब्द विचारा अजर जर हिरदे धर ध्यानी उचारी बाणी पद निर्बाणी अपर पर गत मित अपारी बहुत विस्तार वरना पार किया कथन तव जोत प्रगासी सर्ब निवासी सर्ब उदासी तव सरन। गुरबिलास पातशाही 10वीं ਦੇ ਸ਼ਬਦਾਂ ਵਿੱਚ ਫਰਮਾਇਆ, ਗੁਰਿਆਈ ਕਾ ਨਹਿ ਅਸ਼ਕਾਲ ਤਿਲਕ ਨਾ ਦੇਵੇਂਗੇ ਕਿਸ ਭਾਲ ਸਰਬ ਸੁਸੰਗਤ ਖਾਲਸਾ ਮਾਨ ਸ਼੍ਰੀ ਅਸਕੇਤ ਗੋਦ ਮੈਂ ਜਾਣ ਲੜ ਪਕੜਾਏ ਸ਼ਬਦ ਕਾ ਰੂਪ ਜੋ ਮਾਨੇ ਸੋ ਸਿੰਘ ਅਨੂਪ ਦਰਸ਼ਨ ਗੁਰ ਕਾ ਹੈ ਸਾਵਧਾਨ ਸ਼੍ਰੀ ਗ੍ਰੰਥ ਜੀ ਸਾਹਿਬ ਮਾਨ। ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਜੀ ਨੇ ਵੀ ਬਹੁਤ ਸੁੰਦਰ ਟੂਕ ਦਿੱਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਉਸ ਤਰ੍ਹਾਂ ਗੁਰੂ ਬਣਾਇਆ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਬਣਾਇਆ ਸੀ। ਖਾਲਸਾ ਗੁਰ ਹੈ ਗੁਰੂ ਖਾਲਸੇ ਕਰੋ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਮਹਿਮਾ ਪ੍ਰਕਾਸ਼ ਵਾਰਤਕ ਨੇ ਵੀ ਇਸ ਪਰ ਥਾਏ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ, ਅਬ ਮੇਰਾ ਜ਼ਾਹਿਰਾ रूप गुरु ग्रंथ साहिब को जानना, जिसने मेरे से बात करनी होए तो आद गुरु ग्रंथ साहिब का पाठ करना, मेरे से बातां होएंगी। भाई नंद लाल जी ने भी गुरु रूप का निर्णय बहुत सुंदर शब्दों में किया है। आप जी तो जद भाई जी ने पूछा कि रूपों का विस्तार दसो तो गुरु जी ने फरमाया कि उन्नवां दे 3 रूप हैं, एक निर्गुण दूजा सरगुण अते तीजा गुर शब्द। एक रूप है परम आत्मा का परम जोत का जो हर थां व्यापक है पर दृष्टमान सतगुर विच ही हुंदा है। फिर फरमाया कि दूजा रूप है गुरु ग्रंथ, यह शब्द रूप गुरु का आत्मिक रूप है जो नित नवां है अते मैला नहीं हुंदा। तीजे रूप बारे दशमेश पिता ने बचन किया कि वह सिख हैं जो दिन रात गुरबाणी विच रते हुए बाणी अनुसार जीवन बतीत करते हैं। ऐसे सिख ही साध संगत बनाउंदे हैं अते यह संगत ही खालसा बनी है। तरीखे पंजाब का लिखारी लिखता है कि किसी मुल्क तो आई करड़ी कमान दे खिचण नाल ओह जख्म खुल गए। गुरु जी ने अपने चढ़ाई करन बारे 8 दिन पहला ही सूचित कर दिता सी। दूरों दूरों सिख सेवक इकट्ठे होने शुरू हो गए सन। हज़ारां लोकां नूं लंगर छकाया गया। दिल खोल के उन्हां लोड़वंदां नूं रुपए पैसा अते कपड़े लत्ते वंडे। अखीरले दिन गुरु ग्रंथ साहिब दे हजूर गुरियाई दे 5 पैसे अते श्री फल रख के यह श्लोक पढ़िया, अकाल पुरख के बचन स्यों प्रगट चलायो पंथ सब सिखण को हुक्म है गुरु मान्यो ग्रंथ।
ਭਾਈ ਚੋਪਾ ਸਿੰਘ ਜੀ ਨੇ ਵੀ ਆਪਣੇ ਰਹਿਤਨਾਮੇ ਵਿੱਚ ਇਹ ਹੀ ਲਿਖਿਆ ਹੈ ਕਿ ਆਗਿਆ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ। ਖੁਸ਼ਵਕਤ ਰਾਏ ਦੇ ਕਹਿਣ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਵਸਤਰ ਪਹਿਨ ਲਏ, ਕਮਰ ਕੱਸਾ ਪੀਲਾ ਅਤੇ ਇੱਕ ਉੱਚੀ ਦਸਤਾਰ ਨੋਕਦਾਰ ਬੰਨ੍ਹ ਲਈ ਅਤੇ ਉਸ ਤੇ ਕਲਗੀ ਸਜਾ ਲਈ। ਸਾਰੇ ਸ਼ਸਤਰ ਪਹਿਨ ਲਏ, ਤੀਰ ਕਮਾਨ ਵੀ ਲਟਕਾ ਲਿਆ। ਸੱਜੇ ਹੱਥ ਨੇਜਾ ਅਤੇ ਨੀਲੇ ਘੋੜੇ ਉੱਪਰ ਸਵਾਰ ਹੋ ਕੇ ਅੰਤਿਮ ਸਫ਼ਰ ਤੇ ਚੱਲ ਪਏ। ਸਿੱਖਾਂ ਪੁੱਛਿਆ ਕਿ ਖਾਲਸੇ ਨੂੰ ਕਿੱਥੇ ਬਿਠਾ ਕੇ ਚੱਲੇ ਹੋ ਤਾਂ ਆਪ ਜੀ ਨੇ ਫਰਮਾਇਆ, ਖਾਲਸੇ ਨੂੰ ਅਕਾਲ ਕੀ ਗੋਦ ਮੇਂ ਬਿਠਾਇਆ ਹੈ। ਸਿੱਖਾਂ ਦਾ ਅਗਲਾ ਸਵਾਲ ਸੀ, ਸਾਨੂੰ ਕਿਸ ਦੇ ਲੜ ਲਗਾ ਚੱਲੇ ਹੋ ਤਾਂ ਮਹਾਰਾਜ ਦਾ ਉੱਤਰ ਸੀ, ਪੰਥ ਨੂੰ ਗੁਰੂ ਗ੍ਰੰਥ ਦੇ ਲੜ ਲਗਾ ਚੱਲਾਂ ਹਾਂ। ਸਿੱਖਾਂ ਦੀ ਅਗਲੀ ਪੁੱਛ ਸੀ, ਮਹਾਰਾਜ ਤੁਹਾਡੀ ਆਤਮਾ ਕਿੱਥੇ ਹੈ ਅਤੇ ਸਰੀਰ ਕਿਸ ਥਾਂ ਤਾਂ ਮਹਾਰਾਜ ਦਾ ਕਹਿਣਾ ਸੀ, ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਓਟ ਅਕਾਲ ਕੀ। ਇਹ ਬਚਨ ਵੀ ਕਹੇ, ਇਹ ਪੰਥ ਅਸਾਂ ਸ਼੍ਰੀ ਅਕਾਲ ਪੁਰਖ ਕੀ ਆਗਿਆ ਸੇ ਸਾਜਾ ਹੈ। ਉਹ ਇਸ ਕਾ ਹਰ ਮੁਸ਼ਕਿਲ ਮੇਂ ਸਹਾਈ ਹੋਏਗਾ। ਮੈਂ ਸਿੱਧਾ ਤੁਸਾਂ ਨੂੰ ਉਸ ਦੇ ਲੜ ਲਗਾਇਆ ਹੈ, ਉਹ ਆਪੇ ਲੜ ਲੱਗਿਆਂ ਦੀ ਲਾਜ ਪਾਲੇਗਾ। ਗੁਰਬਿਲਾਸ ਪਾਤਸ਼ਾਹੀ ਛੇਵੀਂ, ਜੋ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ 8 ਦਿਨ ਪਹਿਲਾਂ ਹੀ ਲਿਖਿਆ ਗਿਆ, ਵਿੱਚ ਕਵੀ ਸੋਹਣ ਸਿੰਘ ਨੇ ਲਿਖਿਆ ਹੈ, ਮਮ ਆਗਿਆ ਸਭ ਹੀ ਸੁਣੇ, ਸਤ ਬਾਤ ਨਿਰਧਾਰਾ, ਗੁਰੂ ਗ੍ਰੰਥ ਸਮ ਮਾਨਿਓ, ਭੇਦ ਨ ਕੋਊ ਵਿਚਾਰਾ। ਗੁਰੂ ਗ੍ਰੰਥ ਕਲਯੁਗ ਭਇਓ, ਸ਼੍ਰੀ ਗੁਰੂ ਰੂਪ ਸਮਾਨ, 10 ਪਾਤਸ਼ਾਹੀਆਂ ਰੂਪ ਹੈ, ਗੁਰੂ ਗ੍ਰੰਥ ਜੀ ਜਾਣ। ਗੁਰੂ ਦਰਸ ਜਹ ਦੇਖਣਾ, ਸ਼੍ਰੀ ਗ੍ਰੰਥ ਦਰਸਾਏ, ਬਾਤ ਕਰਨੀ ਗੁਰੂ ਸੋ ਚਾਹੇ, ਪੜ੍ਹੇ ਗ੍ਰੰਥ ਮਨ ਲਾਏ। ਕੋਇਰ ਸਿੰਘ ਜੀ ਨੇ ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਇਹ ਹੀ ਲਿਖਿਆ, ਗ੍ਰੰਥ ਗੁਰੂ ਮਹਿ ਨਿਹਚਾ ਧਾਰੇ, ਤਾਂ ਬਿਨ ਚਾਹ ਨਾ ਧਰੋ ਪਿਆਰੇ, ਤਾਂ ਕੀ ਵਾਛਾ ਸਭ ਗੁਰ ਪੂਰੇ, ਯਹਾਂ ਪਰ ਨਿਸ਼ਚਾ ਭ੍ਰਮ ਸਭ ਦੂਰੇ। ਬੰਸਾਵਾਲੀ ਨਾਮੇ ਦੇ ਲਿਖਾਰੀ ਭਾਈ ਕੇਸਰ ਸਿੰਘ ਜੀ ਨੇ ਤਾਂ ਚਰਨ 10ਵੇਂ ਵਿੱਚ ਸਪਸ਼ਟ ਲਿਖਿਆ, ਤਬ ਸਾਹਿਬ ਬਚਨ ਕੀਤਾ, ਗੁਰਿਆਈ ਕਾ ਤੋ ਆਏ ਬਹੁਤਾ ਅੰਤ, 10 ਜਾਮੇ ਕਹੇ ਥੇ ਗੁਰੂ ਨਾਨਕ ਭਗਵੰਤ। ਫਿਰ ਲਿਖਿਆ ਹੈ ਕਿ ਜਦੋਂ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਪੁੱਛਿਆ, ਗਰੀਬ ਨਿਵਾਜ ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ। ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਬੜੇ ਸਪਸ਼ਟ ਸ਼ਬਦਾਂ ਵਿੱਚ ਭਾਈ ਕੇਸਰ ਸਿੰਘ ਜੀ ਨੇ ਮਤ ਪ੍ਰਗਟਾਇਆ ਹੈ। ਇਹ ਯਾਦ ਰਹੇ ਕਿ ਇਹ ਲਿਖਤ 18ਵੀਂ ਸਦੀ ਦੇ ਮੱਧ ਤੋਂ ਕੁਝ ਚਿਰ ਬਾਅਦ ਸੰਨ 1769 ਦੀ ਹੈ। 10ਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਗਿਆ। ਅੱਜ ਪ੍ਰਤੱਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ, ਸੋਈ ਗਿਆ ਜੋ ਗ੍ਰੰਥੋਂ ਗਿਆ। ਮਹਿਮਾ ਪ੍ਰਕਾਸ਼ ਜੋ ਤਕਰੀਬਨ ਇਸੇ ਸਮੇਂ ਵਿੱਚ ਲਿਖਿਆ ਗਿਆ, ਵਿੱਚ ਸਾਫ਼ ਦਰਜ ਹੈ, तब सिखा ने पूछा, जो अब दर्शन कहाँ करे हैं। सतगुर दीन दयाल बचन कीता, जो 10 स्वरूप हमारे पूर्ण हुए, अब मेरी जगह गुरु ग्रंथ साहिब को जानना। जिसने मेरे से बात करनी होए अते आद गुरु ग्रंथ साहिब का पाठ करना, मेरे से बातां होएंगी। 18ਵੀਂ सदी ਦੇ ਅੱਧ ਵਿੱਚ ਆਰੰਭ ਕੀਤੀ ਪੁਸਤਕ ਉਮਦਾਦ ਤਵਰੀਖ ਕਿਰਤ ਸੋਹਣ ਲਾਲ ਸੂਰੀ ਵਿੱਚ ਵੀ ਇਸ ਪ੍ਰਕਾਰ ਹੀ ਲਿਖਿਆ ਹੈ ਕਿ ਸਿੱਖਾਂ ਬੇਨਤੀ ਕੀਤੀ ਕਿ ਹਜੂਰ ਨੇ ਹੁਣ ਕਿਸ ਨੂੰ ਗੁਰੂ ਨਿਯਤ ਕੀਤਾ ਹੈ ਤਾਂ ਮਹਾਰਾਜ ਨੇ ਹੁਕਮ ਕੀਤਾ, ਗੁਰੂ ਗ੍ਰੰਥ ਜੀ ਹਨ। ਗ੍ਰੰਥ ਤੇ ਵਾਹਿਗੁਰੂ ਵਿਚਕਾਰ ਕੋਈ ਫਰਕ ਨਹੀਂ। ਗੁਰੂ ਗ੍ਰੰਥ ਜੀ ਦੇ ਦਰਸ਼ਨ ਤੋਂ ਗੁਰੂ ਸਾਹਿਬ ਦੇ ਖੁਸ਼ੀਆਂ ਭਰਪੂਰ ਦਰਸ਼ਨ ਹੋਣਗੇ। ਤਵਰੀਖੇ ਮੁਜ਼ੱਫਰੀ ਦੇ ਪੰਨਾ 204 ਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਸ ਸਿੱਖ ਜਮਾਤ ਦੇ ਯਕੀਨ ਅਨੁਸਾਰ ਗੁਰੂ ਨਿਯਤ ਕਰਨਾ ਅਤੇ ਮਨੁੱਖੀ ਜਾਮੇ ਖਤਮ ਹੋ ਗਏ ਹਨ ਅਤੇ ਗੁਰੂ ਗ੍ਰੰਥ ਜੀ ਗੁਰੂ ਦੀ ਥਾਂ ਨਿਯਤ ਹਨ। ਕਿਸੇ ਦਾ ਇਹਨਾਂ ਅਕੱਟ ਗਵਾਹੀਆਂ ਦੇ ਹੁੰਦਿਆਂ ਹੋਰ ਕੁਝ ਕਹਿਣਾ ਜਾਂ ਲਿਖਣਾ ਸੋਭਦਾ ਹੀ ਨਹੀਂ। ਅਕਤੂਬਰ 6-7 ਦੀ ਅੱਧੀ ਰਾਤ ਤੋਂ ਕੁਝ ਸਮੇਂ ਉਪਰੰਤ ਆਪ ਜੀ ਨੇ ਸਰਬੱਤ ਸੰਗਤ ਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਜੋਤੀ ਜੋਤ ਸਮਾ ਗਏ। ਸੰਦਲ ਦੀ ਚਿਤਾ ਬਣਾ ਕੇ ਪ੍ਰਭਾਤ ਸਮੇਂ ਹੀ ਸੰਸਕਾਰ ਕੀਤਾ ਗਿਆ। ਚਿਖਾ ਠੰਡੀ ਹੋਣ ਤੇ ਜਦ ਚਿਖਾ ਵਿੱਚੋਂ ਫੁੱਲ ਚੁਗਣ ਗਏ ਤਾਂ ਨਿਰੋਲ ਇੱਕ ਛੋਟੀ ਕਿਰਪਾਨ ਹੀ ਲੱਭੀ। ਸਦਾ ਭਗਉਤੀ ਨਾਲ ਪ੍ਰੇਮ ਕਰਨ ਵਾਲੇ, ਖੜਗ ਦਾ ਨੇਮ ਰੱਖਣ ਵਾਲੇ, ਪੈਂਜ ਨਿਭਾਉਣ ਵਾਲੇ ਅਤੇ ਲੋਕਾਂ ਵਿੱਚ ਸੂਰਮ ਗਤੀ ਭਰਨ ਵਾਲੇ ਸੂਰਮੇ ਨੇ ਆਪਾ ਵੀ ਪੰਥ ਵਿੱਚ ਹੀ ਲੁਕੋ ਲਿਆ।
ਐਸੀ ਅਮਿੱਟ ਛਾਪ ਪੰਥ ਤੇ ਪਈ ਕਿ ਪੰਥ ਉਸਦੇ ਸਹਾਰੇ ਰਹਿੰਦੀ ਦੁਨੀਆ ਤੱਕ ਟੁਰਦਾ ਰਹੇਗਾ। ਇੱਥੇ ਇਹ ਲਿਖਣਾ ਕੁਥਾਂ ਨਹੀਂ ਹੋਵੇਗਾ ਕਿ ਇਹ ਸਭ ਮਨ ਘੜਤ ਸਾਖੀਆਂ ਹਨ ਕਿ ਗੁਰੂ ਜੀ ਉੱਥੋਂ ਚਿਖਾ ਵਿੱਚੋਂ ਕਿਧਰੇ ਬਾਹਰ ਚਲੇ ਗਏ ਜਾਂ ਕਿਸੇ ਉਦਾਸੀ ਨੂੰ ਦਰਸ਼ਨ ਹੋਏ। ਇਬਰਤਨਾਮਾ ਕਿਰਤ ਮਿਰਜ਼ਾ ਮੁਹੰਮਦ ਹਰੀਸੀ ਨੇ ਜੋ ਸਨ 1718 ਵਿੱਚ ਲਿਖਿਆ ਗਿਆ ਅਤੇ ਰਾਏ ਚਤਰਮਨ ਜੋ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਨੂੰ ਮਿਲਦਾ ਜੁਲਦਾ ਵੀ ਰਹਿੰਦਾ ਸੀ, ਨੇ ਆਪਣੀ ਪੁਸਤਕ ਚਹਾਰ ਗੁਲਸ਼ਨ ਵਿੱਚ ਸਪਸ਼ਟ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ ਜੋਤ ਸਮਾ ਗਏ ਅਤੇ ਚੰਦਨ ਦੀ ਚਿਖਾ ਬਣਾ ਅਗਨੀ ਭੇਟ ਕੀਤਾ ਗਿਆ। 100 ਮਣ ਚੰਦਨ ਦੀ ਲੱਕੜ ਪਾਉਣ ਦਾ ਵੀ ਜ਼ਿਕਰ ਇਤਿਹਾਸਕਾਰਾਂ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ 1 ਮਹੀਨਾ ਉਪਰੰਤ ਜਦ ਬਹਾਦਰ ਸ਼ਾਹ ਨੂੰ ਇਹ ਰਿਪੋਰਟ ਆਈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਹਰ ਪ੍ਰਕਾਰ ਦੀ ਜਾਇਦਾਦ ਕਾਫੀ ਮੁੱਲ ਦੀ ਹੈ ਅਤੇ ਸਰਕਾਰੀ ਕਾਨੂੰਨ ਮੁਤਾਬਕ ਜ਼ਬਤ ਕਰਕੇ ਸਰਕਾਰੀ ਖਜ਼ਾਨੇ ਦਾਖਲ ਕੀਤੀ ਜਾਣੀ ਚਾਹੀਦੀ ਹੈ, ਤਾਂ ਬਹਾਦਰ ਸ਼ਾਹ ਨੇ ਕਿਹਾ ਕਿ ਦਰਵੇਸ਼ ਦੀ ਜਾਇਦਾਦ ਉਸ ਨੂੰ ਨਹੀਂ ਚਾਹੀਦੀ ਅਤੇ ਉਸ ਦੇ ਵਾਰਸਾਂ ਵਿੱਚ ਹੀ ਵੰਡ ਦਿੱਤੀ ਜਾਏ। ਅਖਬਾਰਾਤ ਦਰਬਾਰ ਮੋਹੱਲਾ ਵਿੱਚ 11 ਨਵੰਬਰ 1708 ਨੂੰ ਇਹ ਦਰਜ ਹੈ ਕਿ ਸਰਗਵਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਲ ਜ਼ਬਤੀ ਸੰਬੰਧੀ ਬਾਦਸ਼ਾਹ ਦੇ ਹਜ਼ੂਰ ਜਦ ਅਰਜ਼ ਹੋਈ ਤਾਂ ਹੁਕਮ ਹੋਇਆ ਕਿ ਅਜਿਹੇ ਮਾਲ ਨਾਲ ਸ਼ਾਹੀ ਖਜ਼ਾਨਾ ਨਹੀਂ ਭਰਿਆ ਜਾਣਾ, ਦਰਵੇਸ਼ਾਂ ਦਾ ਮਾਲ ਹੈ, ਰੋਕ ਨਾ ਪਾਈ ਜਾਏ। ਪਰ ਕੈਸੀ ਦੋਹਰੀ ਚਾਲ ਬਹਾਦਰ ਸ਼ਾਹ ਚੱਲ ਰਿਹਾ ਸੀ ਕਿ ਜਮਸ਼ੇਦ ਖਾਨ ਦੇ ਬੇਟਿਆਂ ਨੂੰ ਵੀ ਮਾਤਮੀ ਖਿੱਲਤ 28 ਅਕਤੂਬਰ 1708 ਨੂੰ ਭੇਜੀ। ਇਹ ਯਾਦ ਰਹੇ ਕਿ ਜਮਸ਼ੇਦ ਖਾਨ ਦੀ ਮ੍ਰਿਤਿੂ 14 ਸਤੰਬਰ ਨੂੰ ਹੋਈ ਸੀ। ਗੁਰੂ ਮਹਾਰਾਜ ਦੀ ਹਯਾਤੀ ਕੋਈ ਖਿੱਲਤ ਮਾਤਰੀ ਨਾ ਭੇਜੀ, ਪਰ ਜੋਤੀ ਜੋਤ ਸਮਾਉਣ ਬਾਅਦ ਭੇਜ ਦਿੱਤੀ। ਭਾਗ 17 ਮਰਦ ਅਗੰਮੜਾ ਸਮੁੱਚੇ ਜੀਵਨ ਸ਼ਖਸੀਅਤ ਤੇ ਇੱਕ ਝਾਤ। 42 ਸਾਲ ਤੋਂ ਵੀ ਘੱਟ ਉਮਰ ਵਿੱਚ ਜੋ ਬਖਸ਼ਿਸ਼ਾਂ, ਕਰਤੱਵ ਅਤੇ ਕੌਤਕ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ, ਉਹਨਾਂ ਦਾ ਜਾਇਜ਼ਾ ਲੈਣਾ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਤਨੀ ਛੋਟੀ ਆਜੂ ਵਿੱਚ ਇਤਨੇ ਮਹਾਨ ਕਾਰਜ ਕਰ ਜਾਣੇ ਇੱਕ ਕਰਾਮਾਤ ਤੋਂ ਘੱਟ ਨਹੀਂ। ਫਿਰ ਇੱਕ ਹੀ ਸ਼ਖਸੀਅਤ ਵਿੱਚ ਇਤਨੇ ਗੁਣ ਇੱਕ ਥਾਂ ਮਿਲਣੇ ਅਸੰਭਵ ਜਿਹੀ ਬਾਤ ਲੱਗਦੀ ਹੈ। ਭਾਈ ਨੰਦ ਲਾਲ ਜੀ ਜੰਗਨਾਮਾ ਵਿੱਚ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਸੱਚ ਨੂੰ ਰੌਸ਼ਨ ਕਰਨ ਵਾਲੀਆਂ 9 ਮਿਸਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਅਤੇ ਝੂਠ ਤੇ ਕੁਸੱਤ ਦੀ ਰਾਤ ਦੇ ਹਨੇਰੇ ਨੂੰ ਨਾਸ਼ ਕਰਨ ਵਾਲੀ ਹੈ। ਉਹਨਾਂ ਦੇ ਨਾਮ ਦੇ ਫਾਰਸੀ ਹਿੱਸੇ ਲੈ ਕੇ ਭਾਈ ਜੀ ਲਿਖਦੇ ਹਨ ਕਿ ਗਾਫ ਅਤੇ ਵਾਓ ਜਗਤ ਜਿੱਤ ਕੇ ਪ੍ਰਭੂ ਨਾਲ ਜੋੜਨ ਵਾਲੀ ਹੈ, ਨਾਮ ਵਿੱਚ ਆਈ ਬੇਅਮਰ ਜ਼ਿੰਦਗੀ ਵਾਲੀ ਹੈ ਅਤੇ ਸ਼ਰਨ ਆਇਆਂ ਨੂੰ ਬਖਸ਼ਣ ਵਾਲੀ ਹੈ। ਨੂਣ ਦੀ ਸੁਗੰਧੀ ਭਗਤਾਂ ਨੂੰ ਨਿਵਾਜਣ ਵਾਲੀ ਹੈ। ਦਾਲ ਮੌਤ ਦੇ ਜਾਲ ਨੂੰ ਤੋੜ ਦੇਣ ਵਾਲਾ ਹੈ ਅਤੇ ਸੀਨ ਜੀਵਨ ਦੀ ਪੂੰਜੀ ਹੈ। ਉਸ ਦੀ ਸਿੱਖਿਆ ਤੇ ਆਗਿਆ ਦਾ ਨਜ਼ਾਰਾ ਨੌਜਹਾਨਾਂ ਵਿੱਚ ਵੱਜ ਰਿਹਾ ਹੈ। ਉਹ ਸਿੱਖਾਂ ਨਾਲ ਕਿਤਨਾ ਪਿਆਰ ਕਰਦੇ ਸਨ, ਇਸ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਅਸੀਂ ਉਸ ਦੇ ਆਸ਼ਿਕ ਹਾਂ ਜੋ ਸਾਡਾ ਆਸ਼ਿਕ ਹੈ। ਉਸ ਦੇ ਮਿੱਠੇ ਬੋਲ ਹਨ, ਪਰ ਐਸੇ ਜਾਦੂ ਭਰੇ ਕਿ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦੇ ਹਨ। ਫਿਰ ਉਹ ਬੇਹੋਸ਼ੀ ਨਹੀਂ, ਹੋਸ਼ਾਂ ਵਾਲੀ ਮਸਤੀ ਦਿੰਦੇ ਹਨ। ਸਮਕਾਲੀ ਚੰਦ ਕਵੀਆਂ ਨੇ ਤਾਂ ਉਹਨਾਂ ਨੂੰ ਇੱਕ ਮਰਦ ਹੀ ਕਿਹਾ ਹੈ। ਕੱਲ ਵਿੱਚ ਨਾਨਕ ਮਰਦ ਆਇਆ ਸੀ ਅਤੇ ਉਸ ਦੀ ਜੋਤ ਗੁਰੂ ਗੋਬਿੰਦ ਸਿੰਘ ਹੈ। ਗੁਰੂ ਮਹਾਰਾਜ ਨੇ ਆਪਣੀ ਹੀ ਮਸੰਦੀ ਭਾਈ ਆਸਾ ਸਿੰਘ ਜੀ ਨੇ ਉਹਨਾਂ ਦੀ ਸ਼ਖਸੀਅਤ ਨਿਰੀ ਪਰਉਪਕਾਰ, ਪਰਦਰਦ, ਉਦਾਰਤਾ ਅਤੇ ਅਕਲਾਂ ਦੇ ਕੋਟ ਵਾਲੀ ਕਹੀ ਹੈ। ਸ਼ਾਇਦ ਇਸੇ ਲਈ ਹੀ ਆਲਮ ਜੀ ਨੇ ਕਿਹਾ ਸੀ, ਭੋਜ ਕੀ ਸੀ ਮੌਜ ਤੇਰੇ ਰੋਜ਼ ਰੋਜ਼ ਪਾਈਏ, ਅਤੇ ਸ਼ਾਰਦਾ ਨੇ ਨਿੱਜੀ ਤਜਰਬੇ ਤੋਂ ਲਿਖਿਆ ਸੀ ਕਿ ਐਸੇ ਸੂਰਮੇ ਹਨ ਗੁਰੂ ਗੋਬਿੰਦ ਸਿੰਘ ਜੀ ਕਿ ਬਖਸ਼ਿਸ਼ਾਂ ਨਾਲ ਨਿਵਾਜ ਕੇ ਹੀ ਮਾਰ ਦਿੰਦੇ ਹਨ ਅਤੇ ਬਖਸ਼ਿਸ਼ਾਂ ਕਰਨ ਵੇਲੇ ਕਿਸੇ ਅਧਿਕਾਰ ਆਦਿ ਦਾ ਵਿਚਾਰ ਨਹੀਂ ਕਰਦੇ। ਫਿਰ ਨਿਰਾ ਹੱਥਾਂ ਦੇ ਦਾਨ ਨਾਲ ਤਾਰਦੇ ਹੀ ਨਹੀਂ, ਕਰਤਾਰ ਵੀ ਦਿੰਦੇ ਹਨ, ਪ੍ਰਭੂ ਜਾਦ ਵੀ ਦਿੰਦੇ ਹਨ। ਪ੍ਰਸਿੱਧ ਦਰਬਾਰੀ ਕਵੀ ਹੰਸਰਾਜ ਜੀ, ਜਿਨ੍ਹਾਂ ਨੂੰ ਗੁਰੂ ਜੀ ਨੇ ਇੱਕ ਵਾਰੀ ਉਸ ਦੇ ਇੱਕ ਹੀ ਕਵਿੱਤ ਤੇ ਖੁਸ਼ ਹੋ ਕੇ 60,000 ਰੁਪਏ ਦੇ ਦਿੱਤੇ ਸਨ, ਨੇ ਵੀ ਉਹਨਾਂ ਨੂੰ ਪਰਮ ਉਦਾਰ ਪਰ ਪੀਰ ਕੋ ਹਰਨਹਾਰ ਹੀ ਕਿਹਾ ਹੈ। ਹੰਸ ਰਾਮ ਦਾ ਕਹਿਣਾ ਹੈ ਕਿ ਜਿਨ੍ਹਾਂ ਰਾਜਿਆਂ ਦੇ ਦਰਬਾਰ ਵਿੱਚ ਜਾਣ ਲਈ ਮਹੀਨਿਆਂ ਲੋਕੀ ਤਰਸਦੇ ਹਨ, ਉਹ ਗੁਰੂ ਦੇ ਦਰਬਾਨ ਬਣੇ ਦੇਖੇ ਜਾ ਸਕਦੇ ਹਨ। ਗੁਰੂ ਘਰ ਦੀ ਜੋ ਰੀਤ ਸੰਤਹਿ ਮਾਨੋ ਦੂਤਾ ਡਾਨੋ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਤੋੜ ਅਪਣਾਈ। ਜਿਨ੍ਹਾਂ ਤਲਵਾਰ ਖਿੱਚੀ ਉਹਨਾਂ ਨੂੰ ਤੋੜੇਦਾਰ ਹੋ ਕੇ ਮਿਲਦੇ ਹਨ ਅਤੇ ਗੁਣੀ ਪੁਰਸ਼ਾਂ ਨਾਲ ਉਦਾਰ ਹਨ।
ਗੁਰੂ ਜੀ ਨੇ ਜਿੰਨੀਆਂ ਜੰਗਾਂ ਕੀਤੀਆਂ ਹਨ, ਇਹ ਦੁੱਖਾਂ ਨੂੰ ਦਬਾਉਣ ਅਤੇ ਦੁਖੀਆਂ ਦੇ ਸੁੱਖ ਲਈ ਹੀ ਕੀਤੀਆਂ ਹਨ। ਉਹ ਨਿੱਜ ਲਈ ਨਹੀਂ ਸਨ ਲੜਦੇ। ਇਸੇ ਤਰ੍ਹਾਂ ਸਮਕਾਲੀ ਕਵੀ ਅੰਮ੍ਰਿਤ ਰਾਏ, ਜੋ ਲਾਹੌਰ ਦਾ ਰਹਿਣ ਵਾਲਾ ਸੀ, ਨੇ ਇਹ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੌਰਸੀ ਸੀ। ਸਾਰੇ ਦੇ ਸਾਰੇ ਨੌ ਰਸ ਇੱਕੋ ਉਹਨਾਂ ਵਿੱਚ ਸਨ। ਉਹ ਹੀ ਲਿਖਦਾ ਹੈ ਕਿ ਪ੍ਰਭੂ ਪ੍ਰੇਮ ਵਿੱਚ ਜੋ ਸੁਰਤ ਝਬੋ ਰੱਖੀ ਹੈ, ਇਹ ਹੀ ਸ਼ਿੰਗਾਰ ਰਸ ਹੈ। ਜਿਤਨੇ ਕੌਤਕ ਉਹ ਕਰਦੇ ਹਨ, ਉਹ ਸਾਨੂੰ ਹਸਾਉਂਦੇ ਹਨ, ਪਰ ਸਿੱਖਿਆਦਾਇਕ ਹਨ। ਕਦੇ ਗਧੇ ਨੂੰ ਸ਼ੇਰ ਦੀ ਖੱਲ ਪਾ ਕੇ ਛੱਡ ਦੇਣਾ, ਕਦੇ ਇਹ ਬਚਨ ਬੋਲਣੇ ਕਿ ਸਿੱਖ ਤਾਂ ਕੇਵਲ ਸਿੱਖਣੀਆਂ ਦੇ ਹੀ ਹਨ, ਕਦੇ ਕੜਾਹ ਪ੍ਰਸ਼ਾਦ ਨੂੰ ਵਰਤਾਉਣ ਦੀ ਥਾਵੇਂ ਲੁੱਟ ਕੇ ਖਾਣ ਦਾ ਹੁਕਮ ਦੇਣਾ, ਕਦੇ ਪਿਲਾਓ ਦੀਆਂ ਦੇਗਾਂ ਨੂੰ ਚੁਰਾਹੇ ਵਿੱਚ ਰੱਖ ਕੁੱਤੇ ਛੱਡ ਦੇਣੇ, ਅਤੇ ਹੋਰ ਅਨੇਕ ਹਾਸ ਰਸ ਹੀ ਹਨ। ਗਰੀਬਾਂ ਦਾ ਦੁੱਖ ਉਹਨਾਂ ਪਾਸੋਂ ਸਹਾਰਿਆ ਨਹੀਂ ਸੀ ਜਾਂਦਾ। ਦੁਖੀ ਭਾਵੇਂ ਪਠਾਨ ਹੋਵੇ ਭਾਵੇਂ ਰਾਜੇ, ਉਹ ਕਰੁਣਾ ਰਸ ਵਿੱਚ ਭਰ ਜਾਂਦੇ ਹਨ। ਵੱਡੇ ਵੱਡੇ ਜੰਗਾਂ ਵਿੱਚ ਇਕੱਲੇ ਹੀ ਜੂਝਣਾ ਅਤੇ ਜਿੱਤ ਪ੍ਰਾਪਤ ਕਰਨੀ, ਇਹ ਰੌਦਰ ਰਸ ਹੈ। ਕਾਇਰਾਂ ਨੂੰ ਸ਼ੇਰ ਬਣਾ ਕੇ ਜੰਗ ਵਿੱਚ ਲੜਾ ਦੇਣਾ ਅਤੇ ਹਲਵਾਈ ਅਤੇ ਉਦਾਸੀ ਕੋਲੋਂ ਸਮੇਂ ਦੇ ਜਰਨੈਲ ਮਰਵਾ ਦੇਣੇ, ਇਹ ਵੀਰ ਰਸ ਦੀ ਹੋਂਦ ਦਾ ਹੀ ਪ੍ਰਗਟਾਵਾ ਹੈ। ਜਦ ਰਣਜੀਤ ਨਗਾਰਾ ਵਜਾਉਂਦੇ ਹਨ ਤਾਂ ਇੱਕ ਐਸੀ ਭਿਆਨਕ ਆਵਾਜ਼ ਪੈਂਦੀ ਹੁੰਦੀ ਹੈ ਕਿ ਪਹਾੜੀਏ ਘੁਰਨਿਆਂ ਵਿੱਚ ਹੀ ਵੜ ਜਾਂਦੇ ਹਨ। ਇਹ ਭਿਆਨਕ ਰਸ ਹੈ, ਅਤੇ ਜਿਨ੍ਹਾਂ ਦੇ ਸਾਈਂ ਜੰਗਾਂ ਵਿੱਚ ਮਾਰੇ ਜਾਂਦੇ ਰਹੇ ਹਨ, ਉਹ ਕੁਰਲਾ ਰਹੀਆਂ ਹਨ ਅਤੇ ਹਾਕਮਾਂ ਦੇ ਵੈਣ ਪਾ ਰਹੀਆਂ ਹਨ। ਇਹ ਬੀਭਤਸ ਰਸ ਹੈ। ਹੈਰਾਨੀਕੁੰਨ ਬਾਤ ਇਹ ਹੈ ਕਿ ਗੁਰੂ ਉਹ ਕੁਝ ਪੈਦਾ ਕਰ ਰਿਹਾ ਹੈ ਜੋ ਕਦੇ ਨਹੀਂ ਹੋ ਸਕਦਾ। ਲਾਹੌਰ ਤੋਂ ਦਇਆ, ਦਿੱਲੀ ਤੋਂ ਧਰਮ, ਪੁਰੀ ਤੋਂ ਹਿੰਮਤ, ਦਵਾਰਕਾ ਤੋਂ ਮੁਹਕਮ ਅਤੇ ਬਿਦਰ ਤੋਂ ਸਾਹਿਬ, ਇਹ ਅਦਭੁਤ ਰਸ ਹੈ। ਫਿਰ ਜੋ ਅੰਦਰ ਬ੍ਰਹਮ ਦਾ ਗਿਆਨ ਹੈ, ਅਡੋਲਤਾ ਹੈ, ਸ਼ੀਤਲਤਾ ਹੈ, ਇਹ ਸ਼ਾਂਤ ਰਸ ਹੀ ਹੈ। ਪ੍ਰਸਿੱਧ ਕਵੀ ਸੁੰਦਰ ਨੇ ਤਾਂ ਤੇਗ ਦੇਗ ਸੱਚੀ ਕਹਿ ਕੇ ਸ਼ਖਸੀਅਤ ਦਾ ਇੱਕ ਹੋਰ ਪੱਖ ਸਾਹਮਣੇ ਲੈ ਆਂਦਾ ਹੈ। 1720 ਵਿੱਚ ਅਬਦੁਸ ਸਮਦ ਖਾਨ ਦੇ ਇੱਕ ਸਰਕਾਰੀ ਕਰਮਚਾਰੀ ਨੇ ਇਮਦਾਦੇ ਨਾਸਰੀ ਵਿੱਚ ਇਹ ਗੱਲ ਲਿਖੀ ਹੈ ਕਿ ਉਸ ਕੌਮ ਨੂੰ ਕੌਣ ਹਰਾ ਸਕਦਾ ਹੈ ਜਿਸ ਪਾਸ ਦੇਗ ਤੇਗ ਹੈ। ਦੇਗ ਦਾ ਭਾਵ ਹੀ ਖੁੱਲ੍ਹ ਦਿਲੀ ਉਦਾਰਤਾ ਹੈ। ਜਿਵੇਂ ਦੇਗ ਦਾ ਮੂੰਹ ਖੁੱਲ੍ਹਾ ਅਤੇ ਵੱਡਾ ਹੁੰਦਾ ਹੈ, ਅਤੇ ਫਿਰ ਉਸ ਉਦਾਰਤਾ ਤੋਂ ਕੋਈ ਹੀਣ ਭਾਵ ਨਾ ਲੈ ਲਈ ਤੇਗ ਦਿੱਤੀ ਹੈ। ਸੁੰਦਰ ਦਾ ਕਹਿਣਾ ਹੈ ਕਿ ਪਰਸਰਾਮ ਬਾਰੇ ਸੁਣੀਦਾ ਸੀ ਕਿ ਉਸ ਦੇ ਕੁਹਾੜੇ ਅੱਗੇ ਕੋਈ ਨਹੀਂ ਟਿਕਦਾ, ਪਰ ਇਹ ਪ੍ਰਤੱਖ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਅੱਗੇ ਕੋਈ ਅੜ ਨਹੀਂ ਸਕਦਾ। ਫਿਰ ਧਰਮ ਦਾ ਮੁੱਢ ਜੋ ਸ਼ਰਮ ਹੈ, ਉਹ ਇੰਨਾ ਹੀ ਪਾਸ ਹੈ। ਅੰਮ੍ਰਿਤਮਈ ਸ਼ਖਸੀਅਤ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਹੀਰ ਕਵੀ ਨੇ ਉਹਨਾਂ ਦੀ ਤੀਰ ਅੰਦਾਜ਼ੀ ਦੀ ਸਿਫਤ ਕਰਦੇ ਹੋਏ ਕਿਹਾ ਹੈ ਕਿ ਜਦ ਉਹਨਾਂ ਦਾ ਤੀਰ ਚੱਲ ਜਾਂਦਾ ਹੈ ਤਾਂ ਪਹਿਲਾਂ ਸੰਜੋ ਨੂੰ ਵਿੰਨ ਕੇ, ਫਿਰ ਸੰਜੋ ਪਹਿਨਣ ਵਾਲੇ ਨੂੰ, ਫਿਰ ਘੋੜੇ ਨੂੰ ਜਾ ਵੱਜਦਾ ਹੈ। ਜਿਵੇਂ ਕੜਾਹੀ ਵਿੱਚੋਂ ਵੜੇ ਤਲਣ ਵਾਲਾ ਸੀਖ ਨਾਲ ਇੱਕ ਵਾਰ ਕਿਤਨੇ ਹੀ ਵੜੇ ਬਾਹਰ ਕੱਢ ਲੈਂਦਾ ਹੈ, ਫਿਰ ਜਦ ਹਾਥੀ ਤੇ ਸਵਾਰ ਹੋ ਜਾਣ ਤਾਂ ਦਿਖਦੇ ਸਾਰ ਚਾਰੇ ਪਾਸੇ ਵੈਰੀ ਦੀ ਫੌਜ ਭੱਜ ਉੱਠਦੀ ਹੈ। ਇਹ ਹੀ ਕਹਿਣਾ ਬਣਦਾ ਹੈ ਕਿ ਸ਼ਾਂਤੀ ਦੇ ਸਾਗਰ ਹਨ ਗੁਰੂ ਗੋਬਿੰਦ ਸਿੰਘ। ਵੀਰ ਰਸ ਵਿੱਚ ਗੁੱਝੇ, ਜੰਗ ਜੰਤੂ ਅਤੇ ਬਖਸ਼ਿਸ਼ਾਂ ਕਰਨ ਵਿੱਚ ਉਹਨਾਂ ਦੇ ਟਾਕਰੇ ਦਾ ਹੋਰ ਕੋਈ ਨਹੀਂ। 20ਵੀਂ ਸਦੀ ਦੇ ਇਤਿਹਾਸਕਾਰ ਇੰਦੂ ਭੂਸ਼ਣ ਬੈਨਰਜੀ ਨੇ ਇਸੇ ਲਈ ਆਪਣੀ ਪੁਸਤਕ ਇਵੈਲੂਏਸ਼ਨ ਆਫ ਦੀ ਖਾਲਸਾ ਦੂਜੀ ਜਿਲਦ ਵਿੱਚ ਕਿਹਾ ਹੈ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀਆਂ ਕੁਝ ਗਿਣਵੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਹਨ। ਉਹਨਾਂ ਦੀ ਪ੍ਰਤਿਭਾ ਅਟੱਲ ਹੈ। ਗੁਰੂ ਗੋਬਿੰਦ ਸਿੰਘ ਜੀ ਵਿੱਚ ਪੈਗੰਬਰ, ਰੱਖਿਅਕ, ਸੰਤ, ਕਵੀ, ਭਗਤ, ਕਲਾਕਾਰ, ਸੁਧਾਰਕ, ਰੂਹਾਨੀ ਆਗੂ, ਵੰਡ ਛਕਣ ਵਾਲੇ, ਵਿਦਵਾਨ, ਸਕਾਲਰ, ਸਭ ਬੋਲੀਆਂ ਦੇ ਮਾਹਿਰ, ਜਥੇਦਾਰ, ਸਟੇਟਸਮੈਨ, ਨੀਤੀਵਾਨ, ਜਰਨੈਲ, ਸੰਤ ਸਿਪਾਹੀ, ਪਰਉਪਕਾਰੀ, ਉਦਾਰ ਚਿੱਤ, ਸਿੱਖ ਜੋਗੀ, ਤੀਰ ਅੰਦਾਜ਼, ਤਵੱਲੀਏ, ਸਹਿਨਸ਼ੀਲਤਾ, ਨਿਰਮਾਣਤਾ, ਸਫਲ ਆਗੂ, ਘੋੜਸਵਾਰ, ਸੰਸਾਰਿਕ ਪੀੜਾ ਹਰਨ ਵਾਲੇ, ਨਿਸ਼ਾਨਾਬਾਜ਼, ਜਗਤ ਗੁਰੂ, ਮਾਇਆ ਵਿੱਚ ਉਦਾਸੀ, ਨਿਰਵੈਰ, ਨਿਡਰ, ਲਿਖਾਰੀ ਅਤੇ ਹੋਰ ਅਨੇਕਾਂ ਗੁਣ ਮਿਲ ਸਕਦੇ ਹਨ। ਗੁਰੂ ਜੀ ਨੇ ਜਿਸ ਕਾਰਜ ਨੂੰ ਹੱਥ ਪਾਇਆ ਉਹ ਪਵਿੱਤਰ ਅਤੇ ਲੋੜੀਂਦਾ ਸੀ। ਉਸ ਨੂੰ ਤੋੜ ਸਿਰੇ ਪਹੁੰਚਾਉਣਾ ਆਪ ਜੀ ਦਾ ਹੀ ਕੰਮ ਸੀ। ਮੁਗਲਾਂ ਦਾ ਟਾਕਰਾ ਕਰਨ ਲਈ ਜੋ ਵਿਉਂਤਾਂ ਗੁਰੂ ਜੀ ਨੇ ਬਣਾਈਆਂ, ਉਹ ਉਹਨਾਂ ਦੀ ਅਲੌਕਿਕ ਸਮਝ ਦਾ ਸਬੂਤ ਸੀ। ਰਸਾ ਤਲ ਵਿੱਚੋਂ ਕੱਢ ਕੇ ਗੁਰੂ ਜੀ ਨੇ ਚੜ੍ਹਦੀ ਕਲਾ ਬਖਸ਼ੀ, ਮੁਰਝਾਏ ਚਿਹਰੇ ਤੇ ਲਾਲੀ ਦੌੜਾਈ, ਢਹਿੰਦੇ ਮਨਾਂ ਨੂੰ ਸਾਵਧਾਨ ਕੀਤਾ, ਮੌਤ ਤੋਂ ਡਰਨ ਵਾਲਿਆਂ ਵਿੱਚ ਹੱਸ ਜੂਝਣ ਦਾ ਚਾਅ ਭਰਿਆ, ਮੁਰਦਾ ਰੂਹਾਂ ਵਿੱਚ ਜਾਨ ਪਾਈ। ਲਤੀਫ ਲਿਖਦਾ ਹੈ,
ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਉੱਚਾ ਸੀ ਅਤੇ ਜਿਸ ਕਾਰਜ ਨੂੰ ਉਹਨਾਂ ਹੱਥ ਪਾਇਆ ਉਹ ਮਹਾਨ ਸੀ। ਸਧਾਰਨ ਸਮਝ ਰੱਖਣ ਵਾਲੇ ਨੂੰ ਉਹ ਕਾਮਯਾਬ ਹੋਏ ਨਹੀਂ ਦਿਸਦੇ, ਪਰ ਇਹ ਸਭ ਉਹਨਾਂ ਦੀ ਹੀ ਬਰਕਤ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਲੋਕ ਜਥੇਬੰਦ ਹੋਏ ਅਤੇ ਰਾਜੇ ਬਣੇ। ਖਤਰੇ ਤੇ ਪਰਲੋਂ ਵਿੱਚ ਵੀ ਗੁਰੂ ਜੀ ਨੇ ਇਸ ਤਕਲਾਲ ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਜੁਰਤ ਤੇ ਬਹਾਦਰੀ ਦੇਖਣ ਵਾਲੀ ਹੁੰਦੀ ਸੀ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਅੱਖੀਂ ਸਾਰਾ ਕੁਝ ਦੇਖ ਕੇ ਨਾ ਗਏ, ਪਰ ਇਹ ਮੰਨੀ ਪਰਮੰਨੀ ਗੱਲ ਹੈ ਕਿ ਉਹਨਾਂ ਦੀ ਕਿਰਪਾ ਸਦਕਾ ਹੀ ਆਪ ਮੁਹਾਰੇ ਬੇਲਗਾਮ ਲੋਕ ਇੱਕ ਲੜੀ ਵਿੱਚ ਪਰੋਏ ਗਏ ਅਤੇ ਸਮੇਂ ਦੇ ਸਭ ਤੋਂ ਵੱਡੇ ਯੋਧੇ ਬਣੇ। ਗੁਰੂ ਜੀ ਧਰਮ ਗੱਦੀ ਤੇ ਬੈਠੇ ਰੂਹਾਨੀ ਰਹਿਬਰ, ਜੰਗ ਵਿੱਚ ਨਿਰਭੈ ਯੋਧੇ, ਤਖਤ ਤੇ ਬੈਠਿਆਂ ਸੱਚਾ ਪਾਤਸ਼ਾਹ ਅਤੇ ਸੰਗਤ ਵਿੱਚ ਵਿਰਾਜੇ ਇੱਕ ਦਰਵੇਸ਼ ਲੱਗਦੇ ਸਨ। ਕਨਿੰਗਮ ਨੇ ਇਸੇ ਲਈ ਲਿਖਿਆ ਹੈ ਕਿ ਸਿਰਫ ਬਾਹਰਲੀ ਦਿਸਦੀ ਸਫਲਤਾ ਕਿਸੇ ਦੀ ਵਡਿਆਈ ਦੀ ਨਿਸ਼ਾਨੀ ਨਹੀਂ। ਵੱਡਤਨ ਤਾਂ ਸਦਾ ਆਦਰਸ਼ ਅਤੇ ਉੱਚ ਨਿਸ਼ਾਨੇ ਦੀ ਹੁੰਦੀ ਹੈ। ਜਿਸ ਨਿਸ਼ਾਨੇ ਵੱਲ ਆਗੂ ਜਾਂ ਜਿਸ ਆਦਰਸ਼ ਨੂੰ ਲੈ ਕੇ ਸਰਬਰਾਹ ਟੁਰਿਆ ਹੋਵੇ, ਉਹ ਉਸ ਦੀ ਵਡਿਆਈ ਦਾ ਪੈਮਾਨਾ ਹੈ। ਜਦ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਦੁਸ਼ਟ ਦੋਖੀਆਂ ਨੂੰ ਸ਼ਾਂਤ ਕਰਨ ਦਾ ਮਿਸ਼ਨ ਦੇਖਦੇ ਹਾਂ ਤਾਂ ਉਹਨਾਂ ਦੀ ਵੱਡਤਨ ਤੇ ਮਹਾਨ ਸ਼ਖਸੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਰਹਿ ਜਾਂਦੀਆਂ। ਉਹਨਾਂ ਦਾ ਅਸਥਾਨ ਮਹਾਂਪੁਰਸ਼ਾਂ ਦੀ ਕਤਾਰ ਵਿੱਚ ਬਹੁਤ ਉੱਚਾ ਹੈ। ਕਨਿੰਗਮ ਆਪਣੀ ਗੱਲ ਨੂੰ ਅੱਗੇ ਲੈ ਜਾਂਦਾ ਹੋਇਆ ਲਿਖਦਾ ਹੈ ਕਿ ਸਿੱਖਾਂ ਵਿੱਚ ਅਥਾਹ ਜਜ਼ਬਾ ਭਰਿਆ ਜਾ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਰੂਹ ਫੂਕੀ ਕਿ ਨਾ ਸਿਰਫ ਸਿੱਖਾਂ ਦੇ ਮਨਾਂ ਨੂੰ ਹੀ ਬਦਲ ਕੇ ਰੱਖ ਦਿੱਤਾ, ਸਗੋਂ ਹਰ ਪੱਖੋਂ ਬਲਵਾਨ ਅਤੇ ਤਗੜਾ ਕਰ ਦਿੱਤਾ। ਅਕਲ ਤੇ ਸ਼ਕਲ ਦੋਵੇਂ ਹੀ ਬਦਲ ਦਿੱਤੀਆਂ। ਸਿੱਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਅਤੇ ਉਸਨੇ ਉਹ ਕਾਰਨਾਮੇ ਕਰ ਦਿਖਾਏ ਜੋ ਕਿਸੇ ਵਿਅਕਤੀ ਕੋਲੋਂ ਨਾ ਹੋ ਸਕੇ। ਗਾਰਡਨ ਗੁਰੂ ਜੀ ਦੀ ਵਡਿਆਈ ਇਹਨਾਂ ਸ਼ਬਦਾਂ ਵਿੱਚ ਕਰਦਾ ਹੈ: ਜਨਤਾ ਦੀਆਂ ਮੁਰਦਾ ਹੱਡੀਆਂ ਵਿੱਚ ਜ਼ਿੰਦਗੀ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੌੜਾਈ। ਗੁਰੂ ਗੋਬਿੰਦ ਸਿੰਘ ਜੀ ਵਿੱਚ ਧਾਰਮਿਕ ਆਗੂ, ਸ਼ਾਹ, ਯੋਧੇ ਅਤੇ ਨੀਤੀਵਾਨ ਵਾਲੇ ਸਾਰੇ ਗੁਣ ਮੌਜੂਦ ਸਨ। ਉਸ ਵਿਖੜੇ ਸਮੇਂ ਨਿਰੋਲ ਉਹ ਹੀ ਸਿੱਖਾਂ ਨੂੰ ਠੀਕ ਅਗਵਾਈ ਦੇ ਸਕਦੇ ਸਨ। ਉਹਨਾਂ ਸਿੱਖਾਂ ਵਿੱਚ ਆਤਮ ਨਿਰਭਰ ਹੋਣ ਦਾ ਚਾਅ ਭਰਿਆ ਅਤੇ ਇਹ ਹੀ ਕਾਰਨ ਹੈ ਕਿ ਤਲਵਾਰ ਨੂੰ ਰਹਿਤ ਦਾ ਅੰਗ ਬਣਾਇਆ। ਮਕਾਲਫ ਲਿਖਦਾ ਹੈ ਕਿ ਗੁਰੂ ਜੀ ਦੀ ਜਾਦੂਈ ਸ਼ਕਤੀ ਸੀ। ਉਹਨਾਂ ਉਪਦੇਸ਼ਾਂ ਦਾ ਜਾਦੂਈ ਪ੍ਰਭਾਵ ਜਨ ਸਧਾਰਨ ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਮਕਾਲਫ ਦੇ ਇਹ ਸ਼ਬਦ ਪੜ੍ਹਨ ਨਾਲ ਸੰਬੰਧ ਰੱਖਦੇ ਹਨ। ਸਿੱਖ ਗੁਰੂ ਸਾਹਿਬਾਨ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਇਨਸਾਨਾਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ, ਜਿਨ੍ਹਾਂ ਨੂੰ ਗਵਾਂਢੀ ਜਨਮਾਂ ਤੋਂ ਦੁਰੇ ਕਰ ਦੁਰਕਾਰਦੇ ਰਹੇ ਸਨ। ਪਰ ਉਸ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨੀਵਿਆਂ ਵਿੱਚ, ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੂੰਦ ਕਿਹਾ ਜਾਂਦਾ ਸੀ, ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਅਤੇ ਫਿਰ ਯੋਧੇ ਵੀ ਐਸੇ ਜਿਨ੍ਹਾਂ ਦੀ ਦ੍ਰਿੜਤਾ, ਦਲੇਰੀ ਅਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ। ਗੋਕਲ ਚੰਦਰ ਨਿਰੰਗ ਨੇ ਉਹਨਾਂ ਹੀ ਸ਼ਬਦਾਂ ਨੂੰ ਦੁਹਰਾਇਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਚਿੜੀਆਂ ਨੂੰ ਸ਼ਾਹੀ ਬਾਜ਼ਾਂ ਦਾ ਸ਼ਿਕਾਰ ਕਰਨ ਦੀ ਜਾਂਚ ਸਿਖਾਈ ਹੈ। ਲਾਲਾ ਦੌਲਤ ਰਾਏ ਨੇ ਵਿਸਥਾਰ ਸਾਹਿਤ ਇਸ ਕਰਨੀ ਦਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ: ਜਿਨ੍ਹਾਂ ਸ਼ੂਦਰਾਂ ਦੀ ਬਾਤ ਵੀ ਕੋਈ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ ਦੁਤਕਾਰਿਆਂ ਅਤੇ ਫਿਟਕਾਰਿਆਂ ਵਾਰ ਨਹੀਂ ਸੀ ਆਉਂਦੀ, ਜੋ ਜਿੱਲਤ ਅਤੇ ਗੁਲਾਮੀ ਵਿੱਚ ਜੀਵਨ ਗੁਜ਼ਾਰ ਰਹੇ ਸਨ, ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਤੇ ਖੜਾ ਕਰਨਾ ਨਿਰੋਲ ਅਤੇ ਇੱਕਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ, ਜੋ ਰਾਮਚੰਦਰ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਤੁੱਛ ਸੀ, ਜਿਹੜਾ ਕੰਮ ਸੂਰਜ ਅਤੇ ਚੰਦਰਬੰਸੀ ਰਾਜਿਆਂ ਦੇ ਬਹਾਦਰਾਂ ਨੂੰ ਨਾ ਸੁੱਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰ ਕੱਸ ਲਈ ਅਤੇ ਪੂਰਾ ਕਰ ਦਿਖਾਇਆ। ਹਜ਼ਰਤ ਮੁਹੰਮਦ ਸਾਹਿਬ ਨੇ ਕੁਝ ਉਪਰਾਲੇ ਕੀਤੇ, ਪਰ ਉਹ ਵੀ ਮੁਸਲਮਾਨਾਂ ਵਿੱਚੋਂ ਗੁਲਾਮੀ ਦੀ ਬਦ ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸ ਤਰ੍ਹਾਂ ਹੀ ਗੁਲਾਮ ਹੁੰਦਾ ਸੀ ਜਿਵੇਂ ਕਿਸੇ ਹੋਰ ਕੌਮ ਦਾ ਕਾਫਰ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਅਤੇ ਫਿਰ ਸਰਦਾਰ ਬਣਾ ਕੇ ਆਖਰੀ ਇੱਟ ਰੱਖ ਦਿੱਤੀ। ਸਾਧੂ T.L. ਵਾਸਵਾਨੀ ਨੇ ਇਸ ਸੰਬੰਧੀ ਲਿਖਿਆ ਹੈ ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕੀਤਾ, ਉਹ ਇੱਕੋ ਨੇ ਹੀ ਕਰ ਦਿਖਾਇਆ। ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਅਤੇ ਹੀਣਿਆਂ ਵਾਂਗੂ ਰਹਿਣ ਤੇ ਮਜਬੂਰ ਕਰ ਦਿੱਤੇ ਗਏ ਸਨ, ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ, ਛਾਤੀ ਨਾਲ ਲਗਾਇਆ ਅਤੇ ਗੁਰੂ ਕਾ ਬੇਟਾ ਆਖਿਆ ਅਤੇ ਉਹਨਾਂ ਨੂੰ ਅੰਮ੍ਰਿਤ ਨਾਲ ਨਵਾਜਿਆ, ਸਰਦਾਰ ਬਣਾ ਦਿੱਤਾ। ਉਹਨਾਂ ਦੀ ਸ਼ਖਸੀਅਤ ਸਤਰੰਗੀ ਪੀਂਘ ਸਮਾਨ ਸੀ। ਪਹਿਲਾਂ ਦੇ ਹੋਏ ਸਭਨਾਂ ਪੈਗੰਬਰਾਂ ਦੇ ਗੁਣ ਉਹਨਾਂ ਵਿੱਚ ਉਜਾਗਰ ਹੋਏ ਦੇਖੇ ਜਾ ਸਕਦੇ ਹਨ। ਗੁਰੂ ਨਾਨਕ ਦੇਵ ਜੀ ਦੀ ਮਿੱਠਤ ਨੀਵੀਂ, ਈਸਾ ਜੀ ਵਾਲੀ ਤਰਸ ਭਰੀ ਮਾਸੂਮੀਅਤ, ਬੁੱਧ ਜੀ ਵਾਲਾ ਆਤਮ ਗਿਆਨ, ਹਜ਼ਰਤ ਮੁਹੰਮਦ ਸਾਹਿਬ ਵਾਲਾ ਡੁੱਲ ਡੁੱਲ ਪੈਂਦਾ ਜੋਸ਼, ਕ੍ਰਿਸ਼ਨ ਜੀ ਵਾਲਾ ਸੂਰਜ ਵੱਤ ਭਖਦਾ ਜਲੌ,
ਰਾਮ ਜੀ ਜਿਹਾ ਮਰਿਆਦਾ ਪਰਸ਼ੋਤਮ ਅਤੇ ਸ਼ਾਹਾਂ ਵਾਲੀ ਸ਼ਾਨ ਇਕੱਲੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਸੀ। ਸਕਾਟ ਵੀ ਗੁਰੂ ਜੀ ਬਾਰੇ ਲਿਖਦੇ ਹੋਏ ਕਹਿੰਦਾ ਹੈ ਕਿ ਗੁਰੂ ਜੀ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ ਰੌਸ਼ਨ ਕੀਤਾ ਜਿਵੇਂ ਇੱਕ ਛਾਵਾਂ ਦੂਜੀ ਛਾਵਾਂ ਨੂੰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਇਸੇ ਕਾਰਨ ਹੋਇਆ ਕਿ ਉਹ ਪਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਸਰ ਚਾਰਲਸ ਗੱਫ ਗੁਰੂ ਜੀ ਨੂੰ ਸੰਸਾਰ ਦਾ ਇੱਕ ਅਤ ਸੂਝਵਾਨ ਚੜ੍ਹਦੀ ਕਲਾ ਦੀ ਮੂਰਤ, ਪਾਵਨ ਆਸ਼ਾਵਾਦੀ ਅਤੇ ਧਾਰਮਿਕ ਰੰਗਣ ਵਿੱਚ ਰੰਗਿਆ ਇੱਕ ਆਗੂ ਗਿਣਦਾ ਹੈ। ਉਹ ਇਹ ਵੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੇਂ ਸਿਰਿਓਂ ਕੌਮ ਦੀ ਉਸਾਰੀ ਕੀਤੀ। ਐਲਫਿੰਸਟਨ ਅਤੇ ਬਰਨਜ਼ ਵੀ ਗੁਰੂ ਜੀ ਦੀ ਉਪਮਾ ਕਰਦੇ ਹੋਏ ਉਹਨਾਂ ਨੂੰ ਇੱਕ ਨਵੀਂ ਕੌਮ ਸਾਜਣ ਵਾਲਾ ਲਿਖਦੇ ਹਨ। ਸਾਰੇ ਇਤਿਹਾਸਕਾਰ ਗੁਰੂ ਜੀ ਦੀ ਉਪਮਾ ਕਰਨ ਵਿੱਚ ਇੱਕ ਜ਼ੁਬਾਨ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਦਾਨ ਦਾ ਸੂਰਮਾ, ਮਸਨਦ ਦਾ ਸ਼ਾਹ ਅਤੇ ਸਿੱਖ ਸੰਗਤ ਵਿੱਚ ਬੈਠਿਆ ਫਕੀਰ ਲਿਖਦੇ ਹਨ। ਮੈਕਗ੍ਰੇਗਰ ਨੇ ਗੁਰੂ ਜੀ ਦੀ ਸ਼ਖਸੀਅਤ ਬਾਰੇ ਲਿਖਿਆ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ ਅਤੇ ਉਸ ਦੇ ਧਾਰਮਿਕ ਸੁਧਾਰਾਂ ਨੂੰ ਅਤੇ ਕੌਮੀ ਕੰਮਾਂ ਨੂੰ ਦੇਖੀਏ ਅਤੇ ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਮੁਸੀਬਤਾਂ ਵਿੱਚ ਦਿਖਾਏ ਇਸਤਕਲਾਲ ਦੀ ਕਹਾਣੀ ਪੜ੍ਹੀਏ, ਉਹਨਾਂ ਨੂੰ ਮੁਸ਼ਕਲਾਂ ਦਾ ਟਾਕਰਾ ਕਰਦੇ ਵੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਾਬਲੇ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚਾ ਗਿਣਨ ਅਤੇ ਮੰਨਣ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਆਸਾਨੀ ਨਾਲ ਸਮਝ ਜਾਵਾਂਗੇ ਕਿ ਸਿੱਖ ਕਿਉਂ ਉਤਸ਼ਾਹ ਨਾਲ ਅੱਜ ਤੱਕ ਗੁਰੂ ਗੋਬਿੰਦ ਸਿੰਘ ਦੇ ਸਨਮਾਨ ਵਜੋਂ ਯਾਦਾਂ ਮਨਾਉਂਦੇ ਹਨ। ਟਾਇਨਬੀ ਨੇ ਲਿਖਿਆ ਹੈ ਕਿ ਲੈਲਿਨ ਤੋਂ 2 ਸਦੀਆਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਭਾਈਚਾਰਾ ਰਚਿਆ। ਵਿਵੇਕਾਨੰਦ ਨੇ ਇੱਕ ਵਾਰ ਕਿਹਾ ਸੀ ਕਿ ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਜਿਵੇਂ ਉਹਨਾਂ ਹਿੰਦੂ ਮੁਸਲਮਾਨਾਂ ਦੀ ਸਾਂਝੀ ਅਗਵਾਈ ਕੀਤੀ। ਅਰਬਿੰਦੂ ਘੋਸ਼ ਨੇ ਲਿਖਿਆ ਕਿ ਜੋ ਨਿਰਾਲੀ ਸੇਧ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦਾ ਸਰੂਪ ਬਣਾ ਕੇ ਦਿੱਤੀ ਉਸ ਲਈ ਗੁਰੂ ਜੀ ਪੂਜਨਯੋਗ ਹਨ ਅਤੇ ਫਿਰ ਖਾਲਸੇ ਵਿੱਚ ਜੋ ਲੋਕਤੰਤਰ ਭਾਵਨਾ ਭਰੀ ਉਸ ਦਾ ਕੋਈ ਬਦਲ ਨਹੀਂ। ਸਿੱਖਾਂ ਦੀ ਸੋਚਣੀ ਵਿੱਚ ਚੜ੍ਹਦੀ ਕਲਾ ਭਰ ਦਿੱਤੀ ਅਤੇ ਪਿੱਛੇ ਵੱਲ ਝਾਕਣ ਦੀ ਰੁਚੀ ਮੁਕਾ ਦਿੱਤੀ। ਇਸੇ ਲਈ ਡਾਰਬੀ ਫੀਲਡ ਨੇ ਲਿਖਿਆ ਹੈ ਕਿ ਗੁਰੂ ਜੀ ਦੀ ਸ਼ਾਨ ਸੂਰਜ ਵਾਂਗੂ ਚਮਕੀ। ਗੁਰੂ ਗੋਬਿੰਦ ਸਿੰਘ ਦੀ ਬਹੁਪੱਖੀ ਸ਼ਖਸੀਅਤ ਅਤੇ ਫਿਰਤੂ ਝਾਤ ਵੀ ਮਾਰਨੀ ਉਚਿਤ ਨਹੀਂ ਹੋਵੇਗੀ। ਸਭ ਤੋਂ ਪਹਿਲਾਂ ਉਹ ਐਸੇ ਪੈਗੰਬਰ ਸਨ ਜਿਨ੍ਹਾਂ ਦੀ ਇੱਕ ਹੀ ਖਾਹਿਸ਼ ਸੀ ਕਿ ਐਸਾ ਹਲੇਮੀ ਰਾਜ ਹੋਵੇ ਜਿੱਥੇ ਸਾਧ ਸਮੂਹ ਪ੍ਰਸੰਨ ਫਿਰਨ ਅਤੇ ਸ਼ਤਰੂ ਸਬਰਨ ਨੂੰ ਢੋਈ ਨਾ ਮਿਲੇ। ਉਹ ਗੁਰੂ ਨਾਨਕ ਜੋਤ ਸਨ। ਭਾਈ ਨੰਦ ਲਾਲ ਜੀ ਨੇ ਇਸੇ ਲਈ ਕਿਹਾ ਹੈ, ਹਮੂ ਗੁਰੂ ਨਾਨਕ ਹਮੂ ਗੁਰੂ ਗੋਬਿੰਦ ਸਿੰਘ ਅਸਤ, ਹਮੂ ਰਤਨ ਜੌਹਰ ਹਮੂ ਮਾਣਕ ਅਸਤ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਮੀਰ ਮੁਸ਼ਕੀ ਤੇ ਸ਼ਬੀਲਾਂ 2 ਢਾਡੀ ਸਨ। ਉਹਨਾਂ ਭੰਗਾਣੀ ਦਾ ਯੁੱਧ ਲਿਖਿਆ ਹੈ ਅਤੇ ਉਸ ਵਿੱਚ ਇੱਕ ਪੌੜੀ ਹੈ ਜਿਸ ਵਿੱਚ ਗੁਰੂ ਮਹਾਰਾਜ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ਼ਸਤਰ ਸਜਾ ਕੇ ਭੰਗਾਣੀ ਵੱਲ ਚੜ੍ਹਾਈ ਕਰਨ ਦਾ ਦ੍ਰਿਸ਼ ਹੈ। ਜਦ ਪਾਤਸ਼ਾਹ ਇਸ਼ਨਾਨ ਕਰਦੇ ਤਾਂ ਸਤਿਗੁਰੂ ਨਾਨਕ ਦਾ ਹੀ ਸਿਮਰਨ ਧਿਆਉਂਦੇ। ਉਹਨਾਂ ਦੀ ਉਚਾਰੀ ਬਾਣੀ ਵਿੱਚ ਜੋ ਵਿਸ਼ਵਾਸ ਟਪਕਦਾ ਹੈ ਉਹ ਕਿਸੇ ਰੂਹਾਨੀ ਪੈਗੰਬਰ ਦਾ ਹੀ ਹੋ ਸਕਦਾ ਹੈ। ਔਰੰਗਜ਼ੇਬ ਨੂੰ ਜ਼ਫਰਨਾਮਾ ਵਿੱਚ ਲਿਖਿਆ ਸੀ, ਤੈਨੂੰ ਅਹੰਕਾਰ ਹੈ ਆਪਣੀ ਚਲਾਕੀ ਤੇ ਸ਼ਸਤਰ ਚਾਲਾਂ ਤੇ, ਮੈਨੂੰ ਮਾਣ ਹੈ ਖਰੀ ਗੱਲ ਤੇ ਅਤੇ ਪ੍ਰਭੂ ਵਿਸ਼ਵਾਸ ਵਿੱਚ। ਤੁਰਾਂ ਤੁਰਕ ਤਾਜੀ ਵੀ ਮਕਰੋ ਰੀਆ, ਮਰਾ ਚਾਰਾ ਸਾਜੀ ਬੈ ਸਿਦਕੇ ਸਫਾ। ਫਿਰ ਇੱਕ ਵਾਰ ਜਦ ਡੱਲੇ ਨੇ ਕਿਹਾ, ਡੱਲਾ ਨਾ ਮੱਲਾਂ ਗੁਰੂ ਗੋਬਿੰਦ ਇਕੱਲਾ, ਤਾਂ ਆਪ ਜੀ ਨੇ ਕਿਹਾ, ਬੇਸ਼ੱਕ ਡੱਲਾ ਨਾ ਮੱਲਾਂ ਗੁਰੂ ਗੋਬਿੰਦ ਨਾਲ ਅੱਲਾ। ਅਕਾਲ ਉਸਤਤ ਜਾਪ ਸਾਹਿਬ ਉੱਤੇ ਥਾਂ ਥਾਂ ਤਬ ਪ੍ਰਸਾਦ ਤੇਰਾ ਜੋਰ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਵਾਹਿਗੁਰੂ ਦਾ ਚਮਤਕਾਰ ਹੀ ਦਰਸਾਇਆ ਹੈ। ਸਿੱਖੀ ਦਾ ਵਿਕਾਸ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਹੁਣ ਗੁਰਪ੍ਰਸਾਦ ਦੀ ਥਾਂ ਤਬ ਪ੍ਰਸਾਦ ਤੇ ਤੇਰਾ ਜੋਰ ਨੇ ਲੈ ਲਈ। ਜਿੱਥੇ ਗੁਰੂ ਪਾਤਸ਼ਾਹ ਵਿੱਚ ਸੰਤਾਂ ਵਾਲੇ ਗੁਣ ਸਨ ਉੱਥੇ ਸਿਪਾਹੀ ਵਾਲੀ ਦਿੱਖ ਸੀ। ਸਿਪਾਹੀ ਪਹਿਰੇਦਾਰ ਹੈ ਹਰ ਹੁੰਦੇ ਜ਼ੁਲਮ ਨੂੰ ਪਕੜਨ ਤੇ ਜੜੋਂ ਉਖੇੜਨ ਦਾ। ਗੁਰੂ ਜੀ ਸੰਤ ਸਿਪਾਹੀ ਸਨ। ਉਹਨਾਂ ਤਲਵਾਰ ਜਰ ਜੋਰੂ ਜਾਂ ਜ਼ਮੀਨ ਲਈ ਨਹੀਂ ਉਠਾਈ। ਜਦ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਮੈਦਾਨ ਵਿੱਚ ਗਿਰਾ ਲਿਆ ਤਾਂ ਉਸ ਦੇ ਡਿੱਗਦੇ ਸਾਲ ਦੀ ਛਾਂ ਵੀ ਕੀਤੀ। ਗੁਰੂ ਪਾਤਸ਼ਾਹ ਦੇ ਤੀਰਾਂ ਨਾਲ ਸੋਨਾ ਵੀ ਲੱਗਾ ਹੁੰਦਾ ਸੀ ਤਾਂ ਜੋ ਫੱਟੜ ਹੋਏ ਨੂੰ ਮਰਨ ਪੱਟੀ ਦਾ ਭਾੜਾ ਮਿਲ ਜਾਏ ਅਤੇ ਮਰਨ ਵਾਲੇ ਲਈ ਕਫਨ। ਇਹ ਕੋਈ ਨਿਰਾਲਾ ਸੰਤ ਸਿਪਾਹੀ ਹੀ ਕਰ ਸਕਦਾ ਹੈ। ਭਾਈ ਕਨ੍ਹਈਆ ਜੀ ਦਾ ਵੱਲ ਵਿਤਕਰੇ ਤੋਂ ਉਤਾਂਹ ਹੋ ਕੇ ਹਰ ਇੱਕ ਨੂੰ ਜਲ ਛਕਾਈ ਜਾਣਾ,
ਉਹਨਾਂ ਵੱਲੋਂ ਰੈੱਡ ਕਰਾਸ ਦੀ ਬੁਨਿਆਦ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਇੱਕ ਅਮਲੀ ਫਿਲਾਸਫਰ ਸਨ। ਉਹ ਐਸੇ ਅਮਲੀ ਫਿਲਾਸਫਰ ਸਨ ਜਿਨ੍ਹਾਂ ਨੇ ਨਾ ਸਿਰਫ ਨੁਹਾਰ ਬਦਲਾਈ ਸਗੋਂ ਖਿਆਲ ਵੀ, ਅਕਲ ਵੀ ਬਦਲੀ ਅਤੇ ਸ਼ਕਲ ਵੀ। ਐਡਮੰਡ ਕੈਡਲਰ ਨੇ ਠੀਕ ਲਿਖਿਆ ਹੈ ਕਿ ਉਹ ਇੱਕ ਐਸੇ ਅਮਲੀ ਫਿਲਾਸਫਰ ਸਨ ਜਿਨ੍ਹਾਂ ਫੌਲਾਦ ਦੀ ਠੀਕ ਵਰਤੋਂ ਕੀਤੀ। ਪੰਜ ਕਕਾਰਾਂ ਦੀ ਬਖਸ਼ਿਸ਼ ਇਸੇ ਪਾਸੇ ਦਾ ਹੀ ਇੱਕ ਯਤਨ ਸੀ ਕਿ ਇਸ ਜਥੇਬੰਦੀ ਦੀ ਕੜਾ ਵਹਿਮਾਂ ਤੋਂ ਉਤਾਰ ਲੈ ਜਾਣ ਲਈ ਅਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ ਕਸ਼ਹਿਰਾ ਬ੍ਰਾਹਮਣਵਾਦ ਤੇ ਹੱਜ ਤੇ ਇੱਕ ਚੋਟ ਸੀ, ਸੱਭਿਆ ਬਣਾਉਣ ਲਈ ਇੱਕ ਉਪਰਾਲਾ ਸੀ, ਕੰਗਾ ਸੱਚ ਸਿਖਾਲਦਾ ਸੀ, ਕਿਰਪਾਨ ਸੁਤੰਤਰ ਸਿਆਸਤ ਲਈ ਸੀ ਅਤੇ ਚਾਰ ਕੁਰਹਿਤਾਂ ਸਿੱਖਾਂ ਨੂੰ ਪੂਰਨ ਇਨਸਾਨ ਬਣਾਉਣ ਲਈ ਸਨ। ਪਰ ਤਨਗਾਮੀ ਨਾ ਹੋਣ ਦਾ ਹੁਕਮ ਸਿੱਖ ਨੂੰ ਯੁੱਧ ਅਤੇ ਸ਼ਾਂਤੀ ਦੋਵਾਂ ਵਿੱਚ ਹੀ ਆਚਰਨ ਦੀ ਮੂਰਤ ਬਣਾਉਣ ਲਈ ਸੀ। ਅਭਾਖਿਆ ਕਾ ਕੁੱਠਾ ਨਹੀਂ ਖਾਣਾ ਗੁਲਾਮੀ ਨੂੰ ਜੜੋਂ ਵੱਢਣ ਲਈ ਹੀ ਸੀ। ਜਗਤ ਝੂਠ ਤੰਬਾਕੂ ਨਾ ਸੇਵ ਦਾ ਫਰਮਾਨ ਸਿੱਖਾਂ ਨੂੰ ਸਾਹਸੀ ਦ੍ਰਿੜ ਇਰਾਦੇ ਵਾਲਾ ਅਤੇ ਵਾਹਿਗੁਰੂ ਪਾਸ ਬਿਠਾਉਣ ਲਈ ਇੱਕ ਜਾਂਚ ਹੀ ਸੀ। ਇਹ ਗੱਲ ਨਿਰਣਾ ਕਰ ਲੈਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪੁਰਖ ਭਗਵੰਤ ਸਨ ਅਤੇ ਉਹ ਕਿਸੇ ਜਾਤ ਪ੍ਰਾਂਤ ਜਾਂ ਦੇਸ਼ ਦੇ ਆਗੂ ਨਹੀਂ ਸਨ, ਉਹ ਵਿਸ਼ਵ ਆਗੂ ਸਨ। ਉਹਨਾਂ ਦੀਆਂ ਮਹਾਨ ਲਿਖਤਾਂ ਵਿੱਚ ਨਾ ਜਾਤੀਵਾਦ ਹੈ ਨਾ ਰਾਸ਼ਟਰਵਾਦ। ਗੋਕਲ ਚੰਦ ਨਰੰਗ ਦਾ ਕਹਿਣਾ ਹੈ ਕਿ ਰਾਸ਼ਟਰਵਾਦ ਨੂੰ ਧਰਮ ਬਣਾ ਦਿੱਤਾ ਅਤੇ ਫਿਰ ਸਭ ਦਾ ਇਹ ਕਹੀ ਜਾਣਾ ਪੁਰਖ ਭਗਵੰਤ ਦੀ ਸ਼ਖਸੀਅਤ ਨਾਲ ਇਨਸਾਫ ਨਹੀਂ ਹੈ। ਗੁਰੂ ਜੀ ਦੀਆਂ ਸਭ ਲਿਖਤਾਂ ਦਾ ਧੁਰਾ ਸਰਬੱਤ ਹੀ ਸੀ। ਜਾਪ ਸਾਹਿਬ ਇਸ ਦੀ ਸੁੰਦਰ ਉਦਾਹਰਣ ਹੈ। ਫਿਰ ਉਹਨਾਂ ਦੀ ਦ੍ਰਿਸ਼ਟੀ ਕਿਤਨੀ ਵਿਸ਼ਾਲ ਹੈ। ਉਹ ਅਕਾਲ ਉਸਤਤ ਅਤੇ ਖਾਸ ਕਰਕੇ 254, 255, 256 ਦੇ ਸਵਈਆਂ ਤੋਂ ਦੇਖੀ ਜਾ ਸਕਦੀ ਹੈ। ਇਹਨਾਂ ਸਵਈਆਂ ਵਿੱਚ ਦਸ਼ਮੇਸ਼ ਪਿਤਾ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਸਭ ਪ੍ਰਾਂਤਾਂ, ਦੇਸ਼ਾਂ, ਨਸਲਾਂ, ਕੌਮਾਂ ਦਾ ਜ਼ਿਕਰ ਕਰਕੇ ਸਾਰਿਆਂ ਤੇ ਵਾਹਿਗੁਰੂ ਦਾ ਸਾਇਆ ਹੁੰਦਾ ਅਨੁਭਵ ਕਰਦੇ ਹਨ। ਉਹਨਾਂ ਦੀ ਵਿਸ਼ਾਲ ਦ੍ਰਿਸ਼ਟੀ ਪੰਜਾਬ ਤੋਂ ਅੱਗੇ ਲੰਘ ਦਿੱਲੀ, ਰਾਜਪੂਤਾਨੇ, ਮਹਾਰਾਸ਼ਟਰ, ਦੱਖਣ, ਤੇਲੰਗਾਨਾ, ਉੜੀਸਾ, ਬੰਗਾਲ, ਅਸਾਮ, ਭੂਟਾਨ, ਸਿੱਕਮ, ਨੇਪਾਲ ਅਤੇ ਫਿਰ ਹਿਮਾਲਾ ਟੱਪਦੀ ਚੀਨ, ਮਨਚੂਰੀਆ, ਤਿੱਬਤ, ਈਰਾਨ, ਤੁਰਕੀ, ਫਰਾਂਸੀਸੀ, ਫਰੰਗੀ ਅਤੇ ਸਭ ਟਾਪੂਆਂ ਨੂੰ ਟੱਪ ਵਿਸ਼ਵ ਵਿੱਚ ਇੱਕ ਦਾ ਹੀ ਰਾਜ ਦੇਖਦੀ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਇੱਕ ਚੰਗੇ ਸਿਪਾਹੀ ਸਨ, ਉੱਥੇ ਇੱਕ ਮਹਾਨ ਜਰਨੈਲ, ਜਥੇਦਾਰ, ਜਥੇਬੰਦਕ ਅਤੇ ਆਗੂ ਵੀ ਸਨ। ਸ਼ਾਇਦ ਹੀ ਕੋਈ ਐਸਾ ਜਰਨੈਲ ਹੋਵੇ ਜਿਸ ਨੂੰ ਇਤਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੋਵੇ। 9 ਸਾਲ ਦੇ ਹੋਣ ਤਾਂ ਪਿਤਾ ਸ਼ਹੀਦ ਹੋਣ, ਸੰਗੀ ਸਾਥੀ ਰਿਸ਼ਤੇਦਾਰ ਵਿਰੋਧੀ ਹੋ ਜਾਣ, ਮਸੰਦ ਤੱਕ ਔਕੜਾਂ ਪੈਦਾ ਕਰਨ, ਪਹਾੜੀ ਰਾਜੇ ਨਿੱਤ ਦੀ ਛੇੜਖਾਨੀ ਲਾਈ ਰੱਖਣ, ਵਕਤ ਦਾ ਬਾਦਸ਼ਾਹ ਔਰੰਗਜ਼ੇਬ ਵਰਗਾ ਜ਼ਾਲਮ ਹੋਵੇ ਅਤੇ 18 ਦੇ ਕਰੀਬ ਜੰਗਾਂ 25 ਸਾਲਾਂ ਦੇ ਅਰਸੇ ਵਿੱਚ ਲੜਨੀਆਂ ਪੈਣ, ਚਾਰੇ ਬੱਚੇ ਸ਼ਹੀਦ ਹੋਣ, ਮਾਂ ਤੱਕ ਅਕਾਲ ਚਲਾਣਾ ਕਰ ਜਾਏ, ਅਨੰਦਪੁਰ ਦਾ ਟਿਕਾਣਾ ਤੱਕ ਨਾ ਰਹੇ, ਪਰ ਫਿਰ ਵੀ ਇਹ ਕਹਿਣ ਸਰਬ ਕਾਲ ਸਰਬ ਠੌਰ ਏਕ ਹੀ ਲਗਤ ਹੈ। ਲਤਾੜੇ ਅਤੇ ਕੁਚਲੇ ਹੋਏ ਲੋਕਾਂ ਨੂੰ ਜਥੇਬੰਦ ਕਰਕੇ ਫੌਜ ਬਣਾਉਣੀ ਅਤੇ ਉਹਨਾਂ ਨੂੰ ਸਮੇਂ ਦੀ ਸਭ ਤੋਂ ਵੱਡੀ ਹਕੂਮਤ ਨਾਲ ਟਕਰਾ ਕੇ ਜਿੱਤ ਪ੍ਰਾਪਤ ਕਰਨੀ ਇੱਕ ਚੰਗੇ ਜਰਨੈਲ ਦਾ ਹੀ ਕਾਰਜ ਹੈ। ਉਹਨਾਂ ਦੀ ਸੁਲਝੀ ਹੋਈ ਅਗਵਾਈ ਦਾ ਕੋਈ ਬਦਲ ਕਿਧਰੇ ਨਹੀਂ। ਕਿਲਿਆਂ ਦੀ ਉਸਾਰੀ ਕਨਿੰਘਮ ਲਿਖਦਾ ਹੈ, ਜਿਸ ਸਿਆਣਪ ਨਾਲ ਉਹਨਾਂ ਕੀਤੀ, ਉਹ ਉਹਨਾਂ ਨੂੰ ਇੱਕ ਮਹਾਨ ਜਰਨੈਲ ਸਾਬਿਤ ਕਰਨ ਲਈ ਕਾਫੀ ਹੈ। ਰਣ ਵੇਖ ਕੇ ਆਪ ਜੀ ਨੂੰ ਇੱਕ ਚਾਅ ਚੜ੍ਹ ਜਾਂਦਾ ਸੀ। ਤਲਵਾਰ ਦੇ ਉਹ ਧਨੀ ਸਨ ਅਤੇ ਤੀਰ ਅੰਦਾਜ਼ ਕਮਾਲ ਦੇ ਸਨ। ਸੈਨਾਪਤੀ ਲਿਖਦਾ ਹੈ ਕਿ ਉਹਨਾਂ ਦਾ ਇੱਕ ਤੀਰ ਦਲਾਂ ਦੇ ਆਹੂ ਲਾਉਂਦਾ ਸੀ। ਹਰ ਪ੍ਰਚਲਿਤ ਸ਼ਸਤਰ ਚਲਾਉਣ ਦਾ ਵੱਲ ਗੁਰੂ ਜੀ ਨੂੰ ਆਉਂਦਾ ਸੀ। ਸ਼ਸਤਰ ਨਾਮ ਮਾਲਾ ਵਿੱਚ ਸ਼ਸਤਰਾਂ ਦੀ ਕੀਤੀ ਵਿਆਖਿਆ ਇਸ ਗੱਲ ਦੀ ਗਵਾਹੀ ਕਰਦੀ ਹੈ। ਜੰਗ ਆਪ ਜੀ ਵਿਉਂਤ ਕੇ ਲੜਦੇ ਸਨ ਅਤੇ ਧੀਰਜ ਨਹੀਂ ਸਨ ਛੱਡਦੇ। ਜਥੇਦਾਰ ਉਹ ਉੱਚ ਕੋਟੀ ਦੇ ਸਨ। ਲੈਪਲ ਗ੍ਰਿਫਨ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ ਜੁਪੀਟਰ ਨੇ ਆਪਣੇ ਪੱਟਾਂ ਵਿੱਚੋਂ ਮਿਨਰਵਾਂ ਨੂੰ ਪੈਦਾ ਕੀਤਾ, ਕੁਝ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਗਾਰਡਨ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਪ ਹੁਦਰੇ ਲੋਕਾਂ ਨੂੰ ਸੰਜਮ ਵਿੱਚ ਬੱਧਾ, ਉਹਨਾਂ ਵਿੱਚ ਧਾਰਮਿਕ ਭਾਵ ਭਰੇ ਯੋਧੇ ਬਣਾਏ, ਅੰਮ੍ਰਿਤ ਛਕਾ ਕੇ ਇੱਕ ਵੱਖਰੀ ਖਾਲਸਾ ਕੌਮ ਸਾਜੀ ਜੋ ਇੱਕ ਦੂਜੇ ਨਾਲ ਜੁੜ ਗਈ ਅਤੇ ਉਸ ਦਿਨ ਤੱਕ ਲੜਦੀ ਰਹੀ ਜਦ ਤੱਕ ਕਾਮਯਾਬ ਨਾ ਹੋਈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜਾ ਰਾਜ ਰਣਜੀਤ ਸਿੰਘ ਨੇ 100 ਸਾਲ ਬਾਅਦ ਬਣਾਇਆ, ਉਸ ਦਾ ਨੀਂਹ ਪੱਥਰ ਗੁਰੂ ਜੀ ਨੇ ਹੀ ਰੱਖਿਆ ਸੀ ਅਤੇ ਖਾਲਸਾ ਉਸ ਤੇ ਹੀ ਰਾਜ ਦਾ ਮਹਿਲ ਸਿਰਜਿਆ ਸੀ। ਖਾਲਸੇ ਨੇ ਉਹਨਾਂ ਜ਼ਾਲਮਾਂ ਨੂੰ ਪੰਜਾਬ ਵਿੱਚੋਂ ਖਦੇੜ ਦਿੱਤਾ ਜਿੱਥੇ ਉਹ ਜ਼ੁਲਮ ਕਰਦੇ ਅਤੇ ਤਸੀਹੇ ਦਿੰਦੇ ਰਹੇ ਸਨ। ਖਾਫੀ ਖਾਨ ਵੀ ਲਿਖਦਾ ਹੈ ਕਿ ਜੋ ਰੂਹ ਖਾਲਸੇ ਵਿੱਚ ਭਰੀ ਗਈ, ਉਸਨੇ ਐਸੇ ਚਮਤਕਾਰ ਕੀਤੇ ਜਿਨ੍ਹਾਂ ਦਾ ਲੱਭਣਾ ਕਠਿਨ ਹੈ।
ਅਸਰਾਰ ਸਮਦੀ ਦਾ ਲਿਖਾਰੀ, ਜੋ ਗੁਰੂ ਜੀ ਦੇ ਕੋਲ 10 ਸਾਲ ਬਾਅਦ ਹੋਇਆ ਹੈ, ਲਿਖਦਾ ਹੈ ਕਿ ਸਿੱਖਾਂ ਨੂੰ ਕੋਈ ਹਰਾ ਨਹੀਂ ਸਕਦਾ, ਕਿਉਂਕਿ ਇਹਨਾਂ ਪਾਸ ਦੋ ਵਸਤੂਆਂ ਦੇਗ ਅਤੇ ਤੇਗ ਹਨ। ਦੇਗ ਖਿਮਾ ਅਤੇ ਖੁੱਲ੍ਹ ਦਾ ਚਿੰਨ੍ਹ ਹੈ ਅਤੇ ਤੇਗ ਪ੍ਰਭੂ ਵੱਲੋਂ ਬਖਸ਼ੀ ਤਾਕਤ ਹੋਣ ਦੀ। ਇਹ ਦੇਗ ਤੇਗ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਦੇਣ ਹੈ। ਮੁਕਾਲਫ ਦੇ ਸ਼ਬਦ ਯਾਦ ਕਰਨ ਵਾਲੇ ਹਨ ਕਿ ਉਸ ਗੁਰੂ ਨੇ ਆਪਣੀ ਜਾਦੂਈ ਸ਼ਕਤੀ ਨਾਲ ਲਿਤਾੜੇ ਅਤੇ ਛੇਕੇ ਹੋਏ ਲੋਕਾਂ ਨੂੰ ਯੋਧੇ ਅਤੇ ਬਹਾਦਰ ਬਣਾਇਆ। ਸਦੀਆਂ ਦਾ ਪੱਕਾ ਜ਼ੁਲਮੀ ਰਾਜ ਖਤਮ ਹੋਇਆ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਮਕਾਲੀ ਭਾਈ ਗੁਰਦਾਸ ਜੀ ਦੂਜੇ ਨੇ ਇਸੇ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਵਿੱਚ ਵਾਰ ਲਿਖਦੇ ਹੋਏ ਕਿਹਾ ਕਿ ਇਹ ਸਭ ਦਸ਼ਮੇਸ਼ ਪਿਤਾ ਜੀ ਦੀ ਬਰਕਤ ਹੈ ਕਿ ਹੁਣ ਧੱਕੇ ਨਾਲ ਕਿਸੇ ਨੂੰ ਧਰਮ ਤੋਂ ਗਿਰਾਇਆ ਨਹੀਂ ਜਾ ਸਕਦਾ ਤੇ ਸਭ ਖੁਸ਼ੀ-ਖੁਸ਼ੀ ਫਿਰ ਰਹੇ ਹਨ। ਰਾਜ ਦਾ ਮੁੱਢ ਬੱਝ ਗਿਆ। ਫਿਰ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇਹ ਸਭ ਬਰਕਤਾਂ ਕਲਗੀਆਂ ਵਾਲੇ ਦੀਆਂ ਹਨ, ਜਿਸ ਧਰਮ ਦਾ ਜ਼ਿਕਰ ਕਰਾਇਆ ਉਹਨਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ, ਜਿਨ੍ਹਾਂ ਕਦੀ ਜੀਵਨ ਰਸ ਵੀ ਨਹੀਂ ਸੀ ਮਾਣਿਆ। ਸਾਰੇ ਸੰਸਾਰ ਵਿੱਚ ਵਾਹਿਗੁਰੂ ਵਡਿਆਈ ਦਾ ਢੰਡੋਰਾ ਦਿੱਤਾ ਅਤੇ ਮਨੁੱਖ ਨੂੰ ਗੁਲਾਮੀ ਤੋਂ ਕੱਢਿਆ। ਖਾਲਸੇ ਨੂੰ ਰਾਜਿਆਂ ਸਾਹਮਣੇ ਹੋਣ ਅਤੇ ਟਕਰਾਉਣ ਯੋਗ ਕਰ ਦਿੱਤਾ। ਸਦੀਆਂ ਤੋਂ ਗੁਲਾਮ ਚੱਲੀ ਆ ਰਹੀ ਮਨੁੱਖਤਾ ਨੂੰ ਆਜ਼ਾਦ ਕਰਾਇਆ। ਗੁਰੂ ਦੇ ਆਉਣ ਨਾਲ ਸਭ ਨੂੰ ਆਸਰਾ ਅਤੇ ਦ੍ਰਿੜਤਾ ਮਿਲੀ। ਸਾਰਾ ਜਗਤ ਸੁਖੀ ਵਸਣ ਲੱਗਾ ਅਤੇ ਕਲੇਸ਼ ਦਾ ਨਾਸ ਹੋਇਆ। ਲੋਕਾਂ ਦੇ ਸਹਿਮ ਮੁੱਕੇ ਅਤੇ ਘਬਰਾਹਟ ਨੱਸ ਗਈ। ਜਿੱਥੇ ਆਪ ਜੀ ਦੀ ਇਹ ਦੇਣ ਸਦਾ ਕਾਇਮ ਹੈ, ਉੱਥੇ ਆਪ ਜੀ ਦੀ ਉਤਸ਼ਾਹ ਭਰਪੂਰ ਬਾਣੀ ਦੀ ਵੀ ਦੇਣ ਸਦੀਵੀ ਹੈ। ਆਪ ਇੱਕ ਐਸੇ ਕਵੀ ਹਨ ਜਿਨ੍ਹਾਂ ਕਵਿਤਾ ਰਚ ਕੇ ਕਵਿਤਾ ਨੂੰ ਹੀ ਸ਼ਿੰਗਾਰ ਦਿੱਤਾ। 32 ਕੁ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਉਹ ਵੀ ਜੰਗਾਂ ਯੁੱਧਾਂ ਵਿੱਚ ਰੁੱਝੇ ਹੋਏ ਇਤਨੀਆਂ ਮਹਾਨ ਰਚਨਾਵਾਂ ਕੀਤੀਆਂ ਜੋ ਇੱਕ ਕਰਾਮਾਤ ਹੀ ਲੱਗਦੀਆਂ ਹਨ। ਭਾਵੇਂ ਇਹ ਸੱਚ ਹੈ ਕਿ ਆਪ ਜੀ ਦੀ ਬਹੁਤ ਸਾਰੀ ਰਚਨਾ ਸਰਸਾ ਨਦੀ ਵਿੱਚ ਅਨੰਦਪੁਰ ਛੱਡਣ ਵੇਲੇ ਰੁੜ ਗਈ, ਪਰ ਜੋ ਬਚ ਨਿਕਲਿਆ ਉਸ ਨੂੰ ਪੜ੍ਹਨ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪ ਇੱਕ ਮਹਾਨ ਕਵੀ ਸਨ। ਅਕਾਲ ਉਸਤਤ ਉਹਨਾਂ ਦੀ ਇੱਕ ਅਮਰ ਵਸਤੂ ਹੈ, ਅਕਾਲ ਨਾਲ ਜੋੜ ਦਿੰਦੀ ਹੈ। ਉਹ ਪਹਿਲੇ ਅਤੇ ਆਖਰੀ ਪੈਗੰਬਰ ਹਨ ਜਿਨ੍ਹਾਂ ਆਪਣੀ ਆਤਮ ਕਥਾ ਲਿਖੀ ਅਤੇ ਫਿਰ ਇਹ ਪਹਿਲ ਵੀ ਆਪ ਜੀ ਨੇ ਹੀ ਕੀਤੀ ਕਿ ਆਪਣੀ ਆਤਮ ਕਥਾ ਕਵਿਤਾ ਵਿੱਚ ਲਿਖੀ। ਸ਼੍ਰੀ ਨਾਮ ਮਾਲਾ ਵਿੱਚ ਸ਼ਸਤਰਾਂ ਦੇ ਨਾਮ ਇਸ ਤਰਤੀਬ ਨਾਲ ਦਿੱਤੇ ਹਨ ਕਿ ਪਾਠਕਾਂ ਵਿੱਚ ਬੀਰਤਾ ਹੁਲਾਰੇ ਖਾਣ ਲੱਗ ਪੈਂਦੀ ਹੈ। ਵਾਰ ਸ਼੍ਰੀ ਭਗਉਤੀ ਜੀ ਕਾਵ ਕਲਾ ਦੇ ਨੁਕਤੇ ਤੋਂ ਲਸਾਨੀ ਵਾਰ ਹੈ। ਸ਼ਬਦਾਂ ਦੀ ਚੋਣ ਮਾਹੌਲ ਬਣਨ ਵਿੱਚ ਸਹਾਇਕ ਹੁੰਦੀ ਹੈ। ਅਲੰਕਾਰ ਤਸ਼ਬੀਹਾਂ ਐਸੀਆਂ ਹਨ ਕਿ ਪੜ੍ਹਨ ਸੁਣਨ ਵਾਲਾ ਜੰਗ ਅੱਖੀ ਹੁੰਦੀ ਦੇਖਦਾ ਹੈ। ਆਮ ਵਾਕਫੀ ਲਈ ਗਿਆਨ ਪ੍ਰਬੋਧ ਇੱਕ ਮਹਾਨ ਗ੍ਰੰਥ ਹੈ। ਚੰਡੀ ਚਰਿੱਤਰ ਇੱਕ ਐਸੀ ਪੁਸਤਕ ਹੈ ਜੋ ਨਾ ਹਿੰਦੀ ਵਿੱਚ, ਨਾ ਸੰਸਕ੍ਰਿਤ ਵਿੱਚ ਅਤੇ ਨਾ ਹੀ ਕਿਸੇ ਹੋਰ ਬੋਲੀ ਵਿੱਚ ਮਿਲ ਸਕਦੀ ਹੈ। ਕਵਿੱਤ ਸਵਈਏ ਆਪਣੀ ਉਦਾਹਰਨ ਆਪ ਹੀ ਹਨ। ਚਰਿੱਤਰ ਪਾਖਿਆਨ ਖੁੱਲ੍ਹੀ ਬੋਲੀ ਵਿੱਚ ਲਿਖੇ ਹਨ ਤਾਂ ਕਿ ਮਨੁੱਖ ਦੁਰਾਚਾਰ ਤੋਂ ਬਚ ਕੇ ਕੰਚਨ ਬਣ ਜਾਏ। ਜ਼ਫ਼ਰਨਾਮਾ ਫਾਰਸੀ ਦੀ ਇੱਕ ਉਹ ਅਮਰ ਕਿਰਤ ਹੈ ਜੋ ਇਤਿਹਾਸਕ ਵੀ ਹੈ ਅਤੇ ਕਲਾ ਦੇ ਪੱਖੋਂ ਵੀ ਸੰਪੂਰਨ ਹੈ। ਇਤਨੀ ਪ੍ਰਭਾਵਸ਼ਾਲੀ ਬੋਲੀ ਹੈ ਕਿ ਔਰੰਗਜ਼ੇਬ ਪੜ੍ਹਦੇ ਸਾਰ ਸ਼ਰਮਸ਼ਾਰ ਹੋਇਆ। ਗੁਰੂ ਜੀ ਦੀ ਬਾਣੀ ਵਿੱਚ ਸਾਰੇ ਗੁਣ, ਸਭ ਵਰਨ, ਸਭ ਪਦ, ਸਾਰੇ ਸੁਹਾਗ ਅਤੇ ਨਵੇਂ ਤੋਂ ਨਵੇਂ ਅਲੰਕਾਰ ਮਿਲਦੇ ਹਨ। ਜਮਾਲ ਨਾਲ ਜਲਾਲ ਗੁਰੂ ਜੀ ਦੀ ਬਾਣੀ ਵਿੱਚ ਜੁੜਿਆ ਮਿਲਦਾ ਹੈ। ਆਪ ਜੀ ਦੀ ਰਚਨਾ ਵਿੱਚ ਵਾਹਿਗੁਰੂ, ਮਨੁੱਖਤਾ ਅਤੇ ਪਿਆਰ ਪ੍ਰਧਾਨ ਵਿਸ਼ੇ ਹਨ। ਕਵਿਤਾ ਵਿੱਚ ਸੰਗੀਤ ਲਹਿਰਾਂ ਮਾਰਦਾ ਹੈ। ਚਿਤਰਨ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ। ਜਿਤਨੇ ਪ੍ਰਚਲਿਤ ਅਤੇ ਅਪ੍ਰਚਲਿਤ ਛੰਦ ਗੁਰੂ ਜੀ ਨੇ ਵਰਤੇ ਹਨ, ਸ਼ਾਇਦ ਹੀ ਅੱਜ ਤੱਕ ਕਿਸੇ ਕਵੀ ਜਾਂ ਲਿਖਾਰੀ ਨੇ ਵਰਤਨੇ ਤਾਂ ਇੱਕ ਪਾਸੇ ਉਹਨਾਂ ਦੀ ਸੂਝ ਵੀ ਹੋਵੇ। ਅਲੰਕਾਰ ਦੀ ਭਰਮਾਰ ਵਿੱਚ ਸਾਦਗੀ ਰੱਖਣੀ ਉਹਨਾਂ ਦੀ ਕਵਿਤਾ ਦਾ ਇੱਕ ਖਾਸ ਗੁਣ ਹੈ। ਬੋਲੀ ਦੇ ਆਪ ਮਾਹਿਰ ਹਨ ਅਤੇ ਐਸੀ ਠੁਕਦਾਰ ਬੋਲੀ ਵਰਤਦੇ ਹਨ ਕਿ ਪੜ੍ਹਨ ਵਾਲਾ ਪਤੀਜ ਜਾਂਦਾ ਹੈ। ਅਰਬੀ ਦਾ ਗਿਆਨ, ਫਾਰਸੀ, ਸੰਸਕ੍ਰਿਤ ਦਾ ਅਧਿਐਨ ਨੀਝ ਲਗਾ ਕੇ ਕੀਤਾ ਹੈ। ਬਿਹਾਰੀ, ਬਰਜੀ, ਮਾਝੀ ਅਤੇ ਪੰਜਾਬੀ ਤਾਂ ਉਹਨਾਂ ਦੇ ਨਹੁੰਆਂ 'ਤੇ ਸੀ। ਦੁਰਗਾ ਦਾ ਦੈਂਤ ਨੂੰ ਮਾਰ ਮੁਕਾਉਣ ਵਾਲੀ ਵਾਰਤਾ ਨੂੰ ਵੱਖ-ਵੱਖ 3 ਬੋਲੀਆਂ ਵਿੱਚ ਕਾਮਯਾਬੀ ਨਾਲ ਲਿਖਣਾ ਅਤੇ ਨਿਭਾਉਣਾ ਉਹਨਾਂ ਦਾ ਹੀ ਕੰਮ ਸੀ। ਪੰਜਾਬੀ ਵਿੱਚ ਅਲੰਕਾਰ, ਪੰਜਾਬੀ ਤੇ ਪੇਂਡੂ ਤੇ ਬਰਜੀ ਵਿੱਚ ਬ੍ਰਜ ਦੇਸ਼ ਦੇ, ਜਾਪ ਸਾਹਿਬ ਵਿੱਚ ਵਾਹਿਗੁਰੂ ਦੇ 735 ਉਪਨਾਮ ਵਰਤੇ। ਉਹਨਾਂ ਵਿੱਚ 85 ਦੇ ਕਰੀਬ ਇਸਲਾਮੀ ਹਨ, ਪਰ ਮਜਾਲ ਕੀ ਜੇ ਕੁਰਾਨ ਮਜੀਦ ਦੀਆਂ ਉਪਮਾਵਾਂ ਨਾਲ ਮੇਲ ਖਾਂਦੇ ਹੋਣ। ਠੀਕ ਸਮੇਂ ਸਿਰ ਠੀਕ ਸ਼ਬਦ ਵਰਤਣਾ ਕਲਗੀਆਂ ਵਾਲੇ ਦੇ ਹੀ ਹਿੱਸਾ ਆਇਆ ਹੈ। ਬਸ ਅੰਤ ਵਿੱਚ ਇਹ ਕਹਿਣਾ ਹੈ ਕਿ ਉਹ ਇੱਕ ਐਸੇ ਪੁਰਖ ਭਗਵੰਤ ਸਨ ਜਿਨ੍ਹਾਂ ਦਾ ਕੋਈ ਸਾਨੀ ਨਹੀਂ।
ਬੁੱਲੇ ਨੇ ਲੋਰ ਵਿੱਚ ਠੀਕ ਕਿਹਾ ਸੀ ਕਿ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸਭ ਦਾ ਧਰਮ ਨਾਸ਼ ਹੋ ਜਾਣਾ ਸੀ। ਧਰਮ ਚਲਾ ਕੇ ਉਹ ਪੰਥ ਵਿੱਚ ਹੀ ਅਲੋਪ ਹੋ ਗਏ। ਪੁਸਤਕ ਦੀ ਸਮਾਪਤੀ ਮੈਂ ਡਾਕਟਰ ਜ਼ਾਕਿਰ ਹੁਸੈਨ ਦੇ ਉਹਨਾਂ ਸ਼ਬਦਾਂ ਨਾਲ ਕਰਨੀ ਹੈ ਜੋ ਉਹਨਾਂ ਵਜਦ ਵਿੱਚ ਆ ਕੇ ਲਿਖੇ ਸਨ। ਉਹਨਾਂ ਲਿਖਿਆ ਸੀ, ਜਦ ਤੱਕ ਮਨੁੱਖਤਾ ਵਿੱਚ ਅੰਦਰੋਂ ਭੈ ਅਤੇ ਬਾਹਰੀ ਦਹਿਸ਼ਤ ਹੈ, ਜਦ ਤੱਕ ਅੰਦਰਲਾ ਸੁੱਤਾ ਹੋਇਆ ਹੈ, ਜਦ ਤੱਕ ਮਨੁੱਖ ਨਿੰਮੋ ਝੂਣਾ ਹੋ ਵਿਚਰਦਾ ਹੈ ਅਤੇ ਸਮਾਜੀ ਵਖੇਵੇਂ ਮਹਿਜ਼ਬੀ ਤਵੱਸਬ ਅਤੇ ਫੋਕੀਆਂ ਰਸਮਾਂ ਰੀਤਾਂ ਵਿੱਚ ਫਸਿਆ ਹੋਇਆ ਹੈ, ਸੰਸਾਰ ਗੁਰੂ ਨਾਨਕ ਤੇ ਉਹਨਾਂ ਦੀ ਮਹਾਨ ਜੋਤ ਗੁਰੂ ਗੋਬਿੰਦ ਸਿੰਘ ਜੀ ਵੱਲ ਟਿਕਟਿਕੀ ਲਗਾਈ ਦੇਖਦਾ ਹੀ ਰਹੇਗਾ। ਤਬ ਪ੍ਰਸਾਦ ਠਈ। ਸੋ ਇਸ ਦੇ ਨਾਲ ਹੀ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਤਾਬ ਇੱਥੇ ਹੀ ਸਮਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।